ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਵਿੱਚ ਇਸ ਸਫ਼ਰ ਦੇ ਵਿੱਚ ਅੱਗੇ ਤੁਰਦਿਆਂ ਹੋਇਆਂ ਸਾਡੇ ਨਾਲ ਭਾਜੀ ਹਰਜੀਤ ਸਿੰਘ ਹੋਰੀ ਜਲੰਧਰ ਦੂਰਦਰਸ਼ਨ ਤੋਂ ਅਸੀਂ ਇਸ ਨਾਮ ਨੂੰ ਬਹੁਤ ਸੁਣਿਆ, ਬਹੁਤ ਇਹਨਾਂ ਦਾ ਕੰਮ ਦੇਖਿਆ ਹੋਇਆ ਔਰ ਇਹ ਨਾਂ ਸਾਡੇ ਚਿੱਤ ਚੇਤਿਆਂ ਵਿੱਚ ਹੈ ਔਰ ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਨਾਮ ਤੋਂ ਜਾਣੂ ਅਸੀਂ ਸਾਰੇ, ਕਿਉਂਕਿ ਇਸ ਨਾਮ ਨੇ ਜਿਹੜਾ ਕਿ ਜਲੰਧਰ ਦੂਰਦਰਸ਼ਨ ਦੇ ਇਤਿਹਾਸ ਵਿੱਚ ਇੱਕ ਇਤਿਹਾਸ ਦੇ ਅੰਦਰ ਇੱਕ ਇਤਿਹਾਸ ਸਿਰਜਿਆ। ਉਹ ਜਿਹੜਾ ਸੀਗਾ ਕਿ ਚੰਗੇ ਨਾਟਕਾਂ ਦੀ ਪੇਸ਼ਕਾਰੀ ਔਰ ਵਧੀਆ ਲੜੀਵਾਰ ਜਿਹੜੇ ਸ਼ੁਰੂਆਤ ਜਿਹੜੀ ਹੋਈ ਉਹ ਹਰਜੀਤ ਭਾਜੀ ਹੋਰਾਂ ਨੇ ਕੀਤੀ ਔਰ ਇਹਨਾਂ ਨੇ ਬੇਸ਼ੁਮਾਰ ਕਲਾਕਾਰਾਂ ਨੂੰ ਜਿਹੜਾ ਪੰਜਾਬੀ ਦੇ ਸੀਗੇ ਉਹਨਾਂ ਨੂੰ ਦੂਰਦਰਸ਼ਨ ਉੱਤੇ ਮੌਕਾ ਦਿੱਤਾ। ਇਹਨਾਂ ਨੇ ਬਹੁਤ ਸਾਰੇ ਖੋਜ ਦੇ ਕੰਮ ਕੀਤੇ ਔਰ ਬਹੁਤ ਸਾਰੀਆਂ ਟੈਲੀਫਿਲਮਾਂ ਬਣਾਈਆਂ। ਅੱਜ ਵੀ ਪੀਟੀਸੀ ਦੇ ਉੱਤੇ ਬਹੁਤ ਸਾਰੀਆਂ ਇਹਨਾਂ ਦੀਆਂ ਟੈਲੀਫਿਲਮਾਂ ਚੱਲਦੀਆਂ ਨੇ। ਇਹਨਾਂ ਨੇ ਡਾਕੂਮੈਂਟਰੀਜ਼ ਬਣਾਈਆਂ, ਭਗਤ ਪੂਰਨ ਸਿੰਘ ਦੇ ਉੱਤੇ ਫੀਚਰ ਫਿਲਮ ਇਹਨਾਂ ਨੇ ਬਣਾਈ ਔਰ ਇਹਨਾਂ ਨੇ ਪੰਜਾਬ ਦੇ ਲੋਕ ਸੱਭਿਆਚਾਰ ਉੱਤੇ ਇਹਨਾਂ ਨੇ PhD ਕੀਤੀ ਔਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਰੇਅਰ ਚੀਜ਼ਾਂ ਸੀ ਉਹਨਾਂ ਦੀ ਖੋਜ ਕਰਕੇ ਉਹ ਬੜੀ ਖੂਬਸੂਰਤ ਇਹਨਾਂ ਦੀ ਕਿਤਾਬ ਵੀ ਛਪ ਕੇ ਆਈ। ਔਰ ਭਾਜੀ ਦੇ ਨਾਟਕਾਂ ਦੀ ਕਿਤਾਬ ਹੁਣ ਰੀਸੈਂਟਲੀ ਇੱਕ ਛਪ ਕੇ ਆਈ ਜਿਹਦੇ ਵਿੱਚ ਇਹਨਾਂ ਬੜੇ ਹੀ ਖੂਬਸੂਰਤ 3 ਨਾਟਕ ਨੇ ਉਸ ਕਿਤਾਬ ਦੇ ਵਿੱਚ ਔਰ ਉਹ ਪਿਛਲੇ ਸਾਲ ਹੀ ਅਜੇ ਛਪ ਕੇ ਆਈ ਸੀਗੀ। ਸੋ ਭਾਜੀ ਹਰਜੀਤ ਜੀ ਤੁਹਾਨੂੰ ਜੀ ਆਇਆਂ ਔਰ ਤੁਹਾਡੇ ਇਸ ਲੰਬੇ ਸਫ਼ਰ ਦੀ ਅੱਜ ਅਸੀਂ ਬਾਤ ਪਾਉਣੀ ਹੈ। ਅੱਜ ਅਸੀਂ ਤੁਹਾਡੇ ਬਾਰੇ ਗੱਲਾਂ ਕਰਨੀਆਂ, ਤੁਹਾਡੇ ਕੋਲ ਗੱਲਾਂ ਸੁਣਨੀਆਂ ਨੇ। ਤੁਹਾਡੀਆਂ ਗੱਲਾਂ ਸੁਣਨ ਵਾਸਤੇ ਸਾਡੇ ਕੋਲ ਅਮਰੀਕਾ ਤੋਂ ਕੁਮਾਰ ਪਵਨਦੀਪ ਸਾਡੇ ਇੱਥੋਂ ਆਰਟਿਸਟ ਹੁਣ ਬਹੁਤ ਸਾਲਾਂ ਤੋਂ ਉੱਥੇ ਸ਼ਿਫਟ ਹੋ ਗਏ, ਉਹ ਤੁਹਾਨੂੰ ਸੁਣਦੇ ਪਏ ਦੇਖਦੇ ਪਏ ਆ। ਕ੍ਰਿਸ਼ਨ ਦਵੇਸਰ ਜੁੜੇ ਹੋਏ ਨੇ, ਜਗਜੀਤ ਸਰੀਨ ਹੋਰੀ ਹੈ ਬੰਬੇ ਤੋਂ, ਨਵਨਿੰਦਰਾ ਬਹਿਲ ਵੀ ਤੁਹਾਨੂੰ ਦੇਖ ਰਹੇ ਸੁਣ ਰਹੇ ਨੇ, ਅੰਕੁਸ਼ ਸ਼ਰਮਾ ਹੋਰੀ ਦੇਖ ਰਹੇ ਨੇ, ਹੋਰ ਬਹੁਤ ਸਾਰੇ ਦੋਸਤ ਹੈ। ਕਈਆਂ ਦੇ ਚਿਹਰੇ ਮੇਰੇ ਸਾਹਮਣੇ ਨਹੀਂ ਆ ਰਹੇ ਉਹ ਕਿਉਂਕਿ ਵਿੱਚੋਂ ਉਹਨਾਂ ਨੇ ਕੈਮਰਾ ਬੰਦ ਕੀਤਾ ਪਰ ਸਾਡੇ ਨਾਲ ਜੁੜੇ ਹੋਏ ਨੇ। ਸੋ ਭਾਜੀ ਇਹ ਸਾਰੀ ਸਾਡੀ ਰਿਕਾਰਡਿੰਗ ਜਿਹੜੀ ਹੈ ਇਹ ਫਿਰ ਫੇਸਬੁੱਕ ਤੇ YouTube ਤੇ ਵੀ ਚਲੀ ਜਾਏਗੀ, ਫਿਰ ਹੋਰ ਹਜ਼ਾਰਾਂ ਲੋਕ ਵੀ ਤੁਹਾਡੀ ਗੱਲਬਾਤ ਨੂੰ ਸੁਣ ਸਕਣਗੇ ਔਰ ਤੁਹਾਡੀਆਂ ਗੱਲਾਂ ਦੇ ਵਿੱਚ ਜਿਹੜਾ ਇਤਿਹਾਸ ਛੁਪਿਆ ਹੋਇਆ ਦੂਰਦਰਸ਼ਨ ਦਾ ਵੀ ਤੁਹਾਡੇ ਸਫ਼ਰ ਦਾ ਵੀ ਉਹਦੇ ਬਾਰੇ ਵੀ ਜਾਣ ਸਕਣਗੇ। ਭਾਜੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਹਾਂ। ਮੈਂ ਰੋਜ਼ ਕਹਿਣਾ ਸੀ ਮੁੱਢ ਸੁੱਢ ਤੋਂ ਬੁੱਢੋ ਹੀ ਗੱਲ ਸ਼ੁਰੂ ਕਰਦੇ ਆ ਕਿ ਤੁਹਾਨੂੰ ਇਹ ਰੰਗਮੰਚ ਦੀ ਜਾਂ ਨਾਟਕ ਦੇ ਸਫ਼ਰ ਦੀ ਜਾਂ ਕਿਵੇਂ ਲੱਗਾ ਕਿ ਮੈਂ ਦੂਰਦਰਸ਼ਨ ਦੇ ਵਿੱਚ ਆ ਜਾਵਾਂ, ਜਾਂ ਉਸ ਤੋਂ ਪਹਿਲੇ ਤੁਸੀਂ ਨਾਟਕ ਦੇ ਸਫ਼ਰ ਨਾਲ ਕੀ ਜੁੜੇ ਸੀ ਤੁਸੀਂ ਕਾਲਜ ਜਾਂ ਸਕੂਲ ਦੇ ਸਮਿਆਂ 'ਚ? ਇਹ ਮੈਂ ਸ਼ੁਰੂ ਦਾ ਜਾਣਨਾ ਚਾਹੁੰਦਾ ਜੀ। ਹਾਂ, ਕਾਲਜ ਦੇ ਵਿੱਚ ਮੈਂ ਕਾਫੀ ਦਿਲਚਸਪੀ ਰੱਖਦਾ ਸੀਗਾ। ਥੋੜਾ ਜਿਹਾ ਪਿਛੋਕੜ ਬਾਰੇ ਦੱਸੋ, ਕਿਹੜਾ ਪਿੰਡ ਜਾਂ ਸ਼ਹਿਰ ਤੋਂ ਸੀਗੇ ਤੁਸੀਂ, ਕਿਹੜੇ ਈਅਰ ਸੀਗੇ? ਹਾਂ, ਮੇਰਾ ਜਿਹੜਾ ਜਨਮ ਹੈ ਜੀ ਉਹ ਤੇ ਗਾਲਬ ਕਲਾਂ ਜਗਰਾਉਂ ਦੇ ਨੇੜੇ ਇੱਕ ਪਿੰਡ ਹੈ ਉੱਥੇ ਹੋਇਆ ਤੇ ਬਚਪਨ ਮੇਰਾ ਜਿਹੜਾ ਔਰ ਉਹ ਜਗਰਾਉਂ ਬੀਤਿਆ ਤੇ ਮੈਂ ਆਪਣੀ ਮੁੱਢਲੀ ਜਿਹੜੀ ਸਿੱਖਿਆ ਉਹ ਇੱਥੋਂ ਹੀ ਜਗਰਾਉਂ ਸਕੂਲ ਫਿਰ ਜਗਰਾਉਂ ਕਾਲਜ ਤੋਂ ਹਾਸਲ ਕੀਤੀ ਤੇ ਉਸ ਤੋਂ ਬਾਅਦ ਮੈਂ MA ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 72 ਦੇ ਵਿੱਚ ਕੀਤੀ ਤੇ ਉਹ MA ਕਰਨ ਤੋਂ ਬਾਅਦ 1 ਸਾਲ ਮੈਂ ਜਿਹੜਾ ਅਧਿਆਪਨ ਕੀਤਾ ਉਹ ਵੀ ਇੱਥੇ ਹੀ ਜਗਰਾਉਂ ਕਾਲਜ ਦੇ ਵਿੱਚ ਹੀ ਤੇ ਫਿਰ ਮੈਨੂੰ PhD ਕਰਨ ਦੇ ਲਈ ਸਕਾਲਰਸ਼ਿਪ ਮਿਲ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਮ੍ਰਿਤਸਰ ਤੇ ਮੈਂ ਪੰਜਾਬ ਦੀ ਲੋਕ ਕਲਾ ਦੇ ਵਿਸ਼ੇ ਉੱਤੇ PhD ਕਰਨ ਅੰਮ੍ਰਿਤਸਰ ਜਿਹੜਾ ਉਹ ਚਲਾ ਗਿਆ। ਉੱਥੇ ਜਾ ਕੇ ਇੱਕ ਤੇ ਜਿਹੜਾ ਮੇਰਾ ਵਿਸ਼ਾ ਸੀ ਉਹ ਲੋਕ ਕਲਾ ਸੀ ਤੇ ਮੈਨੂੰ ਫੋਕ ਆਰਟ ਦੇ ਜਿਹੜੇ ਡਿਜ਼ਾਈਨ ਇਕੱਠੇ ਕਰਨ ਦੇ ਲਈ ਫੋਟੋਗ੍ਰਾਫੀ ਕਰਨੀ ਪੈਂਦੀ ਸੀ, ਅਲੱਗ-ਅਲੱਗ ਪਿੰਡਾਂ ਵਿੱਚ ਜਾਣਾ ਪੈਂਦਾ ਸੀ, ਲੋਕ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਤੇ ਮੇਰਾ ਸਾਹਿਤ ਨਾਲ ਰੁਝਾਨ ਤਾਂ ਸੀ ਤੇ ਆਰਟ ਪੇਂਟਿੰਗ ਨਾਲ ਵੀ ਸੀ। ਪਰ ਫੋਟੋਗ੍ਰਾਫੀ ਦੇ ਨਾਲ ਹੋਣ ਦੇ ਨਾਲ ਜਦੋਂ ਮੈਂ ਅੰਮ੍ਰਿਤਸਰ ਆਇਆ ਤਾਂ ਉੱਥੇ ਜਿਹੜਾ ਸਾਡਾ ਦਾਇਰਾ ਸੀ ਜਾਂ ਜਿਹੜਾ ਸਾਡਾ ਸਰਕਲ ਸੀਗਾ ਉਹਦੇ ਵਿੱਚ ਬੜੇ ਰੰਗਕਰਮੀ ਸੀਗੇ। ਸੁਰੇਸ਼ ਪੰਡਿਤ ਸੀ, ਫਿਰ ਸਵਿੰਦਰਜੀਤ ਸਾਗਰ ਇੱਕ ਮੇਰੇ ਮਿੱਤਰ ਸੀਗੇ, ਉਹਨਾਂ ਦੇ ਥਰੂ ਮੈਂ ਹੋਰ ਵੀ ਜਿਹੜੇ ਰੰਗਕਰਮੀ ਸੀ ਉਹਨਾਂ ਦੇ ਨਾਲ ਸਾਡਾ ਉੱਠਣਾ ਬੈਠਣਾ ਜਿਹੜਾ ਹੋਇਆ ਤੇ ਉਹ ਗੁਰਸ਼ਨ ਭਾਜੀ ਦੇ ਨਾਟਕ ਦੇਖਣ ਅਕਸਰ ਜਿਹੜਾ ਉਹ ਜਾਈਦਾ ਸੀ। ਉਹਨਾਂ ਨੇ ਮੈਨੂੰ ਬੜਾ ਇੱਕ ਨਵਾਂ ਉਤਸ਼ਾਹ ਜਿਹੜਾ ਉਹ ਦਿੱਤਾ। ਫਿਰ ਉਹਨਾਂ ਦਿਨਾਂ ਦੇ ਵਿੱਚ ਟੈਲੀਵਿਜ਼ਨ ਜਿਹੜਾ ਉਹ ਨਵਾਂ ਆਇਆ ਸੀ ਤੇ
ਕਿਸੇ ਨਾ ਕਿਸੇ ਹੋਟਲ ਦੇ ਬਾਹਰ ਇੱਕ ਟੀਵੀ ਲੱਗਾ ਹੁੰਦਾ ਸੀ ਤੇ ਲੋਕ ਜਿਹੜੇ ਨੇ ਉੱਥੇ ਇੱਕ ਭੀੜ ਹੁੰਦੀ ਸੀ ਜਿਹੜੀ ਉਹ ਟੀਵੀ ਦੇਖਣ ਦੇ ਲਈ ਹੁੰਦੀ ਸੀ ਤੇ ਉਹਦੇ ਵਿੱਚ ਵੱਡੀ ਅਟਰੈਕਸ਼ਨ ਹੁੰਦੀ ਸੀਗੀ ਨਾਟਕਾਂ ਦੀ। ਖਾਸ ਕਰਕੇ ਅੰਮ੍ਰਿਤਸਰ ਕਿਉਂਕਿ ਸਰਹੱਦੀ ਇਲਾਕਾ ਸੀ ਤੇ ਉੱਥੇ ਪਾਕਿਸਤਾਨ ਟੈਲੀਵਿਜ਼ਨ ਜਿਹੜਾ ਉਹ ਕਾਫੀ ਦੇਖਿਆ ਜਾਂਦਾ ਸੀ ਤੇ ਪਾਕਿਸਤਾਨ ਦੇ ਲੜੀਵਾਰ ਨਾਟਕ ਜਿਹੜੇ ਆ ਉਹ ਬਹੁਤ ਲੋਕ ਸ਼ੌਕ ਨਾਲ ਵੇਖਦੇ ਸੀ ਔਰ ਉਹ ਹੁੰਦੇ ਵੀ ਮਿਆਰੀ ਸੀ। ਮੈਨੂੰ ਇਹ ਮਤਲਬ ਜਿਹੜਾ ਟੈਲੀਵਿਜ਼ਨ ਜਿਹੜਾ ਉਹ ਪ੍ਰਭਾਵਿਤ ਤਾਂ ਕਰਦਾ ਸੀ ਪਰ ਮੇਰਾ ਕੋਈ ਇੰਨਾ ਸਬੰਧ ਨਹੀਂ ਸੀਗਾ। ਫਿਰ ਅਕਸਰ ਕੀ ਹੋਇਆ ਕਿ ਇੱਕ ਸਾਡੇ ਉੱਥੇ ਹੋਸਟਲ ਦੇ ਵਿੱਚ ਹੀ ਲੜਕਾ ਸੀ, ਉਹ ਪੰਜਾਬੀ ਦੀਆਂ ਖਬਰਾਂ ਅਨੁਵਾਦ ਕਰਨ ਜਾਂਦਾ ਹੁੰਦਾ ਸੀ ਤੇ ਉਹਨੇ ਕਿਹਾ ਕਿ ਉੱਥੇ ਨਾ ਗ੍ਰਾਫਿਕ ਆਰਟਿਸਟ ਹੈ ਨੀਗਾ ਇੱਕ ਹਫ਼ਤੇ ਲਈ ਤੇ ਤੂੰ ਜਾਣਾ ਚਾਹੇਗਾ। ਤੇ ਮੈਨੂੰ ਚਾਅ ਚੜ ਗਿਆ ਕਿ ਮੈਂ ਉਹਨੂੰ ਅੰਦਰੋਂ ਵੇਖਾਂ ਤੇ ਮੈਂ ਇੱਕ ਹਫ਼ਤੇ ਦੇ ਲਈ ਐਜ਼ ਗ੍ਰਾਫਿਕ ਆਰਟਿਸਟ ਉੱਥੇ ਉਹਨਾਂ ਨੇ ਮੈਨੂੰ ਲੈ ਲਿਆ। ਉੱਥੇ ਜਾ ਕੇ ਮੈਂ ਜਦੋਂ ਸਾਰਾ ਰੰਗ ਢੰਗ ਵੇਖਿਆ, ਨਿਊਜ਼ ਟੈਲੀਕਾਸਟ ਹੁੰਦੀਆਂ ਵੇਖੀਆਂ, ਅਨਾਉਂਸਮੈਂਟ ਹੁੰਦੀਆਂ ਵੇਖੀਆਂ ਤੇ ਮੈਨੂੰ ਲੱਗਿਆ ਕਿ ਮੈਨੂੰ ਇੱਥੇ ਆਉਣਾ ਚਾਹੀਦਾ ਹੈ ਔਰ ਮੈਨੂੰ ਉਹ ਮੀਡੀਅਮ ਨੇ ਨਾ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਤੇ ਫਿਰ ਮੈਂ, ਹਾਲਾਂਕਿ ਮੇਰਾ PhD ਦਾ ਆਖਰੀ ਵਰ੍ਹਾ ਸੀਗਾ, ਤੀਸਰਾ ਸਾਲ ਸੀਗਾ, ਪਰ ਮੈਨੂੰ ਇੰਨਾ ਜ਼ਿਆਦਾ ਮੈਂ ਇਹ ਤੋਂ ਪ੍ਰਭਾਵਿਤ ਹੋਇਆ ਕਿ ਮੈਂ ਉਹ PhD ਛੱਡ ਕੇ ਮੈਂ ਐਜ਼ ਪ੍ਰੋਗਰਾਮ ਪ੍ਰੋਡਿਊਸਰ, ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਅਪਲਾਈ ਕੀਤਾ ਤੇ ਮੇਰੀ ਸਿਲੈਕਸ਼ਨ ਹੋ ਗਈ। ਤੇ ਜਦੋਂ ਅਸੀਂ ਉਦੋਂ ਜਲੰਧਰ ਦੂਰਦਰਸ਼ਨ ਅਜੇ ਬਣਿਆ ਨਹੀਂ ਸੀ, ਮਤਲਬ ਬਣ ਰਿਹਾ ਸੀ ਅਜੇ, ਤੇ ਸਾਰੀਆਂ ਰਿਕਾਰਡਿੰਗਸ ਜਿਹੜੀਆਂ ਉਹ ਦਿੱਲੀ ਦੂਰਦਰਸ਼ਨ ਦੇ ਨਾਲ ਸਾਂਝੀਆਂ ਰਿਕਾਰਡ ਹੁੰਦੀਆਂ ਸੀ। ਉਦੋਂ ਅੰਮ੍ਰਿਤਸਰ ਦੂਰਦਰਸ਼ਨ, ਅੰਮ੍ਰਿਤਸਰ ਜਲੰਧਰ ਦੂਰਦਰਸ਼ਨ ਦੇ ਨਾਂ ਤੇ ਮਤਲਬ ਇਹ ਹੁੰਦਾ, ਕਿਉਂਕਿ ਜਿਹੜੀ ਟੈਲੀਕਾਸਟ ਹੈ ਉਹ ਅੰਮ੍ਰਿਤਸਰ ਤੋਂ ਹੁੰਦਾ ਸੀ ਤੇ ਰਿਕਾਰਡਿੰਗ ਜਿਹੜੀ ਆ ਉਹ ਦਿੱਲੀ ਤੋਂ ਹੁੰਦੀ ਸੀ। ਤੇ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਉਹ ਬੱਚਿਆਂ ਦੇ ਪ੍ਰੋਗਰਾਮ ਦੀ ਦਿੱਤੀ ਗਈ। ਉਸ ਤੋਂ ਬਾਅਦ ਮੈਨੂੰ ਇੱਕ ਰੰਗਾਰੰਗ ਪ੍ਰੋਗਰਾਮ ਦੀ ਦਿੱਤੀ ਗਈ। ਉਹਦੇ ਵਿੱਚ ਮੈਂ ਇੱਕ ਲੜੀਵਾਰ ਸ਼ੁਰੂ ਕੀਤਾ, ਜਿਹੜਾ ਭੂਸ਼ਣ ਚਾਂਦਪੁਰੀ ਸਾਡੇ ਬਹੁਤ ਵਧੀਆ ਵਿਅੰਗ ਲੇਖਕ ਹੋਏ, ਉਹਨਾਂ ਨੇ ਇੱਕ ਲੜੀਵਾਰ ਸਕਿਟ ਟਾਈਪ ਮਤਲਬ ਲਿਖ ਕੇ ਮੈਨੂੰ ਦਿੱਤਾ। ਉਹਦਾ ਨਾਂ ਸੀ ਬਸਤਾ ਰਾਮ। ਉਹਨੂੰ, ਉਸ ਕਿਰਦਾਰ ਨੂੰ ਕਰਨ ਦੇ ਲਈ ਮੈਨੂੰ ਕੀਮਤੀ ਆਨੰਦ ਵਰਗਾ ਕਲਾਕਾਰ ਦਿੱਲੀੋਂ ਮਿਲਿਆ ਤੇ ਕੀਮਤੀ ਆਨੰਦ ਦੇ ਨਾਲ ਮੈਨੂੰ ਹੋਰ ਜਿਹੜੇ ਦਿੱਲੀ ਦੇ ਬੜੇ ਬਹੁਤ ਵਧੀਆ ਪੰਜਾਬੀ ਦੇ ਕਲਾਕਾਰ ਸੀਗੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਇੱਕ ਜਿਹੜੀ ਜਿਹਦਾ ਨਾ ਲਾਗ ਲੱਗ ਗਈ ਕਰਕੇ। ਤੇ ਜਦੋਂ ਅਸੀਂ ਜਲੰਧਰ ਆਏ ਤਾਂ ਲੋਕਾਂ ਦਾ ਪ੍ਰਭਾਵ ਜਿਹੜਾ ਉਹ ਬਹੁਤਾ ਵਧੀਆ ਨਹੀਂ ਸੀ। ਮਤਲਬ ਲੋਕ ਜਿਹੜੇ ਨੇ ਉਹ ਹੋਰ ਬਿਹਤਰ ਪ੍ਰੋਗਰਾਮ ਦੇਖਣਾ ਚਾਹੁੰਦੇ ਸੀ, ਉਹਦੇ ਵਿੱਚ ਪੰਜਾਬੀ ਰੰਗਤ ਚਾਹੁੰਦੇ ਸੀ। ਤੇ ਜਦੋਂ ਸਾਡੀ ਮੀਟਿੰਗ 'ਚ ਗੱਲ ਹੁੰਦੀ ਸੀ ਤੇ ਮੈਂ ਉਹਨਾਂ ਨੇ ਸਾਰਿਆਂ ਦੀ ਰਾਏ ਪੁੱਛਣੀ ਵੀ ਤੁਸੀਂ ਆਪਣੀ ਰਾਏ ਦੱਸੋ ਵੀ ਪ੍ਰੋਗਰਾਮ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿੰਨੀ ਦੇਰ ਅਸੀਂ ਲੜੀਵਾਰ ਨਹੀਂ ਸ਼ੁਰੂ ਕਰਦੇ ਉਨੀ ਦੇਰ ਪ੍ਰੋਗਰਾਮ ਦੇ ਨਾਲ ਸਾਡੇ ਦਰਸ਼ਕ ਜਿਹੜੇ ਆ ਉਹ ਜੁੜ ਨਹੀਂ ਸਕਣਗੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸ਼ੁਰੂ ਕਰੋ। ਫਿਰ ਉਹਨਾਂ ਦਿਨਾਂ ਦੇ ਵਿੱਚ ਸਾਡਾ ਬਹੁਤ ਛੋਟਾ ਜਿਹਾ ਸਟੂਡੀਓ ਸੀ, ਵੱਡਾ ਸਟੂਡੀਓ ਅਜੇ ਬਣਿਆ ਨਹੀਂ ਸੀ ਔਰ ਕੋਈ ਸੈਟ ਡਿਜ਼ਾਈਨਰ ਨਹੀਂ ਸੀ, ਕੋਈ ਫਲੋਰ ਅਸਿਸਟੈਂਟ ਨਹੀਂ ਸੀ, ਬਿਲਕੁਲ ਸਟੂਡੀਓ ਖਾਲੀ ਸੀ ਤੇ ਟਾਈਮ ਖੁੱਲਾ ਹੁੰਦਾ ਸੀ। ਦਿੱਲੀ ਅਸੀਂ ਲੜਦੇ ਹੁੰਦੇ ਸੀਗੇ ਸਟੂਡੀਓ ਟਾਈਮ ਦੇ ਲਈ, ਤੇ ਇੱਥੇ ਹੁਣ ਕੈਮਰੇ ਵੀ ਸੀ, ਸਟੂਡੀਓ ਵੀ ਸੀ, ਪਰ ਬਾਕੀ ਸਹੂਲਤਾਂ ਜਿਹੜੀਆਂ ਉਹ ਨਹੀਂ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਮਨ ਦੇ ਵਿੱਚ ਆਇਆ ਕਿ ਇੱਕ ਖਲੀਲ ਜਿਬਰਾਨ ਦੀ ਕਹਾਣੀ ਕ੍ਰਾਈ ਆਫ ਦਾ ਗ੍ਰੇਵਸ, ਉਹ ਮੈਨੂੰ ਬਹੁਤ ਵਧੀਆ ਲੱਗਦੀ ਸੀ ਔਰ ਉਹਦੇ 'ਚ ਮੈਨੂੰ ਬੜੇ ਨਾਟਕੀ ਜਿਹੜੇ ਨਾ ਉਹ ਲੱਗਿਆ ਕਿ ਇਹਦੇ 'ਚ ਇਹਦਾ ਨਾਟਕੀ ਰੂਪ ਜਿਹੜਾ ਬੜਾ ਵਧੀਆ ਹੋ ਸਕਦਾ ਹੈ। ਤੇ ਉਹਦੀ ਜੀ ਪਿਛੋਕੜ ਜਿਹੜਾ ਸੀ ਉਹ ਕਬਰਿਸਤਾਨ ਸੀ। ਤੇ ਮੈਂ ਕਿਹਾ ਵੀ ਇਸ ਤਰ੍ਹਾਂ ਦਾ ਜਿਹੜਾ ਸੈੱਟ ਜਿਹੜਾ ਲਗਾਉਣਾ ਉਹ ਸੌਖਾ, ਕਿਉਂਕਿ ਦੂਰਦਰਸ਼ਨ ਦੇ ਪਿਛਲੇ ਪਾਸੇ ਕਾਫੀ ਸਲਵਾੜ ਲੱਗਿਆ ਸੀ, ਦਰਖਤ ਸੀ, ਟਹਿਣੀਆਂ ਸੀ। ਤੇ ਅਸੀਂ ਉਹ ਫਿਰ ਮੇਰੀ ਖੁਸ਼ਕਿਸਮਤੀ ਸੀ ਕਿ ਮੈਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਅਜੀਤ ਸਿੰਘ ਅਰੋੜਾ ਉਹ ਮਿਲ ਗਏ। ਉਹ ਨਾਟਕਾਂ ਦੇ ਨਾਲ ਬੜੇ ਜੁੜੇ ਹੋਏ ਸੀ ਔਰ ਉਹ ਰਾਮਲੀਲਾ ਦੇ ਨਾਲ ਵੀ ਬਹੁਤ ਜੁੜੇ ਹੋਏ ਸੀ। ਤੇ ਉਸ ਤੋਂ ਪਹਿਲਾਂ ਉਹ ਉਹਨਾਂ ਲੋਕਾਂ ਨਾਲ ਜੁੜੇ ਸੀ ਜਿਹੜੇ
ਜਲੰਧਰ ਦੇ ਵਿੱਚ ਪਾਰਸੀ ਥੀਏਟਰ ਕਰਦੇ ਹੁੰਦੇ ਸਨ ਤੇ ਉਹਨਾਂ ਨੇ ਮੈਨੂੰ ਉਹਨਾਂ ਲੋਕਾਂ ਨਾਲ ਮਿਲਾਇਆ ਜਿਹੜੇ ਪਾਰਸੀ ਥੀਏਟਰ ਦਾ ਨਿਰਦੇਸ਼ਨ ਕਰਦੇ ਸੀ। ਉਹਨਾਂ ਦੀ ਆਰਟੀ ਦੀ ਹੁਣ ਚੱਕੀ ਸੀ ਉਦੋਂ ਜਦੋਂ ਮੈਂ ਮਿਲਿਆ। ਇਹ ਗੱਲ 78 ਦੀ ਹੈਗੀ ਆ, 78 ਅਖੀਰ ਦੀ। ਤੇ ਉਸ ਜਦੋਂ ਸ਼ਖਸੀਅਤ ਨੂੰ ਮਿਲਿਆ ਤਾਂ ਜਿਸ ਜਲਵੇ ਦੇ ਨਾਲ, ਜਿਸ ਜਜ਼ਬਾਤ ਦੇ ਨਾਲ ਉਹਨੇ ਪਾਰਸੀ ਨਾਟਕਾਂ ਦੀ ਗੱਲ ਕੀਤੀ, ਕਿਸ ਤਰ੍ਹਾਂ ਉਹ ਰਿਹਰਸਲਸ ਕਰਦੇ ਸੀ। ਉਹ ਇੱਕ ਮੋਟਾ ਤਾਜ਼ਾ ਬਜ਼ੁਰਗ ਬੰਦਾ, ਔਰ ਉਹਨੇ ਸਿਰ ਦੇ ਉੱਤੇ ਚੁੰਨੀ ਲੈ ਕੇ ਮੈਨੂੰ ਐਕਟ ਕਰਕੇ ਦਿਖਾਇਆ। ਮਤਲਬ ਉਹ ਮੈਨੂੰ ਇੰਨਾ ਵਧੀਆ ਲੱਗਿਆ ਤੇ ਮੈਂ ਉਹਨੂੰ ਕਿਹਾ ਚਲੋ ਇਹ ਇੱਕ ਪ੍ਰੋਗਰਾਮ ਕਰਦੇ ਹਾਂ ਕਿ ਪਾਰਸੀ ਥੀਏਟਰ ਦੇ ਉੱਤੇ। ਤੇ ਅਸੀਂ ਜਲੰਧਰ ਦੂਰਦਰਸ਼ਨ ਦੇ ਵਿੱਚ ਇਹਨਾਂ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ, ਕੁਛ ਰੇਡੀਓ ਦੇ ਵੀ ਪੁਰਾਣੇ ਅਦਾਕਾਰ ਸੀਗੇ, ਹੇਮਰਾਜ ਸ਼ਰਮਾ ਜੀ ਸੀ, ਤੇ ਉਹਨਾਂ ਨੇ ਫਿਰ ਜਿਹੜੀਆਂ ਉਹ ਗੱਲਾਂ ਸੁਣਾਈਆਂ, ਉੱਥੋਂ ਮਤਲਬ ਬਹੁਤ ਦਿਲ ਕੀਤਾ ਕਿ ਮਤਲਬ ਨਾਟਕ ਜਿਹੜਾ ਉਹ ਲੜੀਵਾਰ ਨਾਟਕ ਹੋਣਾ ਚਾਹੀਦਾ। ਤੇ ਮੈਨੂੰ ਮੇਰੇ ਡਾਇਰੈਕਟਰ ਨੇ ਕਿਹਾ ਕਿ ਤੂੰ ਗੱਲ ਕੀਤੀ ਹੈ ਤੇ ਤੂੰ ਕਰ। ਤੇ ਮੈਂ ਕਿਹਾ ਜੀ ਮੇਰਾ ਤਜਰਬਾ ਨਹੀਂ ਹੈ। ਉਹ ਕਹਿੰਦੇ ਕਰੇਗਾ ਤਾਂ ਤਜਰਬਾ ਹੋਏਗਾ। ਤੇ ਮੈਂ ਇੱਕ ਤੁਹਾਨੂੰ ਜਜ਼ਬਾ ਤਾਂ ਆ ਜਾਂਦਾ, ਮਤਲਬ ਇੱਕ ਚਾਹ ਚੜ ਕੇ ਜਾਂਦਾ, ਪਰ ਇਹ ਸੀ ਮੈਨੂੰ ਕੁਝ ਪਤਾ ਨਹੀਂ ਸੀ ਮੈਂ ਕਿਸ ਤਰ੍ਹਾਂ ਕਰੂੰਗਾ। ਸਟੂਡੀਓ ਬਹੁਤ ਛੋਟਾ ਸੀ, ਫਿਲਮ ਕੈਮਰੇ ਦੀ ਸਹੂਲੀਅਤ ਅਜੇ ਬਹੁਤ ਘੱਟ ਸੀ, ਔਰ ਕੁਦਰਤੀ ਮਤਲਬ ਬਾਕੀ ਲੋਕ ਜਿਹੜੇ ਨੇ ਜਿਸ ਤਰ੍ਹਾਂ ਸੈਟ ਡਿਜ਼ਾਈਨਰ ਉਹ ਵੀ ਆ ਗਏ, ਕੁਝ ਅੱਛੇ ਕੈਮਰਾਮੈਨ ਜਿਹੜੇ ਨੇ ਉਹ ਆ ਗਏ, ਤੇ ਇੱਕ ਮਾਹੌਲ ਜਿਹਾ ਬਣ ਗਿਆ। ਮਤਲਬ ਸਭ ਦੇ ਵਿੱਚ ਜਜ਼ਬਾ ਸੀ ਕਿ ਚਲੋ ਕੁਝ ਕਰੀਏ, ਕੁਝ ਵਧੀਆ ਜਿਹੜਾ ਉਹ ਕਰੀਏ। ਤੇ ਮੈਂ ਨਾਟਕ ਤਲਾਸ਼ ਕਰ ਰਿਹਾ ਸੀ, ਮੈਂ ਬੜੇ ਲੇਖਕਾਂ ਨੂੰ ਵੀ ਮਿਲਿਆ, ਪਰ ਉਹ ਮੈਨੂੰ ਜੋ ਸੁਜੈਸਟ ਕਰ ਰਹੇ ਸੀ ਉਹ ਉਸ ਵੇਲੇ ਜਿਹੜੀ ਰਿਕੁਆਇਰਮੈਂਟ ਸੀ, ਜਿਹੜੀ ਮੀਡੀਅਮ ਦੀ ਰਿਕੁਆਇਰਮੈਂਟ ਸੀ, ਉਹਦੇ ਮੁਤਾਬਕ ਉਹ ਨਹੀਂ ਸੀ। ਉਹ ਜਾਂ ਤੇ ਮੰਚ ਦੇ ਨਾਟਕ ਸੀ ਜਿਹੜੇ ਕਿ ਟੈਲੀਵਿਜ਼ਨ ਦੇ ਉੱਤੇ ਐਜ਼ ਇਟ ਇਜ਼ ਨਹੀਂ ਹੋ ਸਕਦੇ ਸੀ, ਜਾਂ ਉਹਨਾਂ ਦੇ ਕਿਉਂਕਿ ਜਿਹੜਾ ਦਰਸ਼ਕ ਵਰਗ ਸੀਗਾ ਉਹ ਸ਼ਹਿਰਾਂ ਦਾ ਸੀਗਾ, ਤੇ ਕੋਈ ਇਸ ਤਰ੍ਹਾਂ ਦਾ ਚਾਹੀਦਾ ਸੀ ਜਿਹੜਾ ਕੰਟੈਂਪਰੇਰੀ ਸਮਕਾਲੀ ਗੱਲ ਜਿਹੜੀ ਆ ਉਹ ਕਰੇ। ਇਸ ਵੇਲੇ ਜੋ ਹਾਲ ਮਤਲਬ ਜੋ ਵਾਪਰ ਰਹੀਆਂ ਘਟਨਾਵਾਂ ਉਹਦੇ ਨਾਲ ਕੁਛ ਨਾ ਕੋਈ ਵਾਬਸਤਾ ਹੋਵੇ। ਤੇ ਉਹ ਫਿਰ ਮੈਨੂੰ ਯਾਦ ਆਇਆ ਵੀ ਮੈਂ ਆਪਣੀ ਸਟਰਗਲ ਦੇ ਦਿਨਾਂ ਦੇ ਵਿੱਚ ਜਦੋਂ ਕੋਈ ਨੌਕਰੀ ਨਹੀਂ ਸੀ, ਕੋਈ ਕੁਛ ਨਹੀਂ ਸੀ, ਤੇ ਮੈਂ ਇੱਕ ਆਪਣੀ ਵੱਡੀ ਭੈਣ ਦੇ ਘਰ ਦਿੱਲੀ ਗਿਆ ਹੋਇਆ ਸੀ, ਤੇ ਉੱਥੇ ਮੈਨੂੰ ਇੱਕ ਨਾਵਲ ਮਿਲ ਗਿਆ। ਤੇ ਮੈਂ ਉਸ ਦਿਨਾਂ ਦੇ ਵਿੱਚ ਉਹਨੂੰ 3 ਕੁ ਦਿਨ ਦੇ ਵਿੱਚ ਉਹ ਸਾਰਾ ਨਾਵਲ ਹੀ ਮੈਂ ਪੜ੍ਹ ਲਿਆ। ਤੇ ਉਹ ਨਾਵਲ ਮੈਨੂੰ ਇੱਕਦਮ ਯਾਦ ਆਇਆ ਤੇ ਉਹਦੇ ਨਾਲ ਮੈਂ ਬਹੁਤ ਆਇਡੈਂਟੀਫਾਈ ਕੀਤਾ। ਉਹ ਨਾਵਲ ਸੀਗਾ ਚਾਰਲਸ ਡਿਕਨਸ ਦਾ ਡੇਵਿਡ ਕਾਪਰਫੀਲਡ ਜੀ। ਤੇ ਮੈਂ ਅਜੀਤ ਸਿੰਘ ਅਰੋੜਾ ਨੂੰ ਕਿਹਾ ਕਿ ਯਾਰ ਇਹਦਾ ਲੜੀਵਾਰ ਬਣਾਈਏ। ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇਹ ਲਿਖ ਕੇ ਲਿਆਓ, ਔਰ ਉਹਨਾਂ ਨੇ ਉਹਦਾ ਲਿਖਣਾ ਸ਼ੁਰੂ ਕਰ ਦਿੱਤਾ। ਔਰ ਮੈਨੂੰ ਜਿਹੜੇ ਉਸ ਵੇਲੇ ਜਿਹੜੇ ਕਲਾਕਾਰ ਮਿਲੇ ਉਹ ਸੀ ਲਲਿਤ ਬਹਿਲ, ਪ੍ਰਮੋਦ ਮਾਉਥੋ, ਹਾਂਜੀ, ਤੇ ਸਤੀਸ਼, ਔਰ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ, ਰਾਜਕੁਮਾਰ ਸੀ DAV ਕਾਲਜ ਤੋਂ, ਹੋਰ ਕਾਫੀ ਜਿਹੜੇ ਸੀ। ਭਾਈ ਤੁਹਾਡੇ ਕੈਮਰਾ ਵੀ ਆਫ ਹੋ ਗਿਆ, ਆਡੀਓ ਵੀ। ਹੈਲੋ ਜੀ ਠੀਕ ਹੈ ਜੀ ਜੀ, ਹਾਂਜੀ ਹਾਂਜੀ। ਉਹ ਮੈਨੂੰ ਭਾਜੀ ਯਾਦ ਹੈ, ਮੈਂ ਤੁਹਾਨੂੰ ਵਿੱਚ ਸਾਹ ਵੀ ਦਵਾ ਦਿੰਦਾ, ਤੁਸੀਂ ਲੰਬੀ ਗੱਲ ਕਰ ਰਹੇ ਹੋ। ਉਹ ਸਾਰਾ ਸੀਰੀਅਲ ਅਸੀਂ ਦੇਖਿਆ, ਯਾਨੀ ਉਹ ਸੀਰੀਅਲ ਦੀ ਇੰਨੀ ਇੰਤਜ਼ਾਰ ਹੁੰਦੀ ਸੀ, ਕਿਉਂਕਿ ਮੈਂ ਸਮਝਦਾ ਕਿ ਜੇਕਰ ਪਾਕਿਸਤਾਨੀ ਜਿਹੜੇ ਸੀਰੀਅਲ ਆਉਂਦੇ ਸੀ, ਪਲੇਜ਼ ਆਉਂਦੇ ਸੀਗੇ, ਕਿਉਂਕਿ ਉਹ ਬਹੁਤ ਦੇਖੇ ਜਾਂਦੇ ਸੀ, ਔਰ ਉਹਨਾਂ ਨੂੰ ਅਗਰ ਕੋਈ ਟੱਕਰ ਦੇਣ ਵਾਲਾ ਪਹਿਲਾ ਕੋਈ ਸੀਰੀਅਲ ਬਣਿਆ ਤਾਂ ਇਹੋ ਹੀ ਸੀ, ਸੁਪਨੇ ਤੇ ਪਰਛਾਵੇਂ। ਔਰ ਉਹਦੇ ਵਿੱਚ ਮੈਨੂੰ ਯਾਦ ਹੈ ਜਤਿੰਦਰ ਕੌਰ ਵੀ ਸੀਗੇ ਉਹਦੇ ਵਿੱਚ, ਕੋਈ ਦਾਦੀ ਕੁਝ ਇਦਾਂ ਦਾ ਕਰੈਕਟਰ ਸੀਗਾ। ਹਾਂ ਹਾਂਜੀ, ਅੰਮ੍ਰਿਤਸਰ ਦੇ ਬਹੁਤ ਜਿਹੜੇ ਕਲਾਕਾਰ ਜਿਹੜੇ ਨੇ ਉਹ ਇਸ ਦੇ ਵਿੱਚ ਸੀ, ਔਰ ਉਹਨਾਂ ਦੀ ਪਾਰਟਿਸਿਪੇਸ਼ਨ ਨੇ ਬਹੁਤ ਜ਼ਿਆਦਾ ਜਿਹੜਾ ਨਾ ਇਸ ਨੂੰ, ਇਹਦੀ ਕਾਮਯਾਬੀ ਦੇ ਵਿੱਚ ਜ਼ਿਆਦਾ ਹੱਥ ਜਿਹੜਾ ਉਹ ਇਹਨਾਂ
ਅਦਾਕਾਰਾਂ ਦਾ ਸੀ, ਕਿਉਂਕਿ ਉਹਨੇ ਜਿਸ ਸ਼ਿੱਦਤ ਦੇ ਨਾਲ, ਜਿੰਨੀ ਡਿਵੋਸ਼ਨ ਦੇ ਨਾਲ ਔਰ ਲਗਾਤਾਰ ਜਿਹੜੇ ਉਹ ਆਉਂਦੇ ਰਹੇ। ਔਰ ਦੇਖੋ, ਇੱਕ ਹਫ਼ਤੇ ਦੇ ਵਿੱਚ 45 ਮਿੰਟ ਦਾ ਪਲੇ ਰਿਕਾਰਡ ਵੀ ਕਰਨਾ, ਰਿਹਰਸਲ ਵੀ ਕਰਨੀ ਹੈ, ਸਕ੍ਰਿਪਟ ਰੀਡਿੰਗ ਵੀ ਕਰਨੀ ਹੈ, ਤੇ ਐਡਿਟ ਵੀ ਕਰਨਾ ਤੇ ਰਿਕਾਰਡ ਵੀ ਕਰਨਾ। ਮਤਲਬ ਉਹ ਕਾਫੀ ਇਸ ਤਰ੍ਹਾਂ ਦਾ ਸਮਾਂ ਸੀ ਵੀ ਜਿਹੜਾ, ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਦਿਨ ਕਦੋਂ ਚੜ੍ਹਦਾ ਤੇ ਰਾਤ ਕਦੋਂ ਹੁੰਦੀ ਆ। ਤੇ ਉਹ ਉਸ ਤਜਰਬੇ ਨੇ ਮਤਲਬ ਮੈਨੂੰ ਬਹੁਤ ਅੱਛੇ ਕਲਾਕਾਰਾਂ ਦੇ ਜਿਹੜਾ ਉਹ ਨੇੜੇ ਲਿਆਂਦਾ। ਔਰ ਇੱਕ ਅੱਛੇ ਕਲਾਕਾਰ ਤੋਂ ਤੁਸੀਂ ਖੁਦ ਬਹੁਤ ਕੁਝ ਸਿੱਖਦੇ ਹੋ। ਮੈਨੂੰ ਯਾਦ ਆਵੇ, ਮੈਂ ਜਦੋਂ ਫਿਲਮ ਇੰਸਟੀਚਿਊਟ ਦੇ ਵਿੱਚ ਆਪਣੀ ਟ੍ਰੇਨਿੰਗ ਫਿਲਮ ਬਣਾ ਰਿਹਾ ਸੀ, ਤਾਂ ਉਹ 10 ਮਿੰਟ ਦੀ ਫਿਲਮ ਸੀ, ਤੇ ਮੇਰੇ ਇੰਸਟ੍ਰਕਟਰ ਨੇ ਕਿਹਾ ਕਿ ਜਿਸ ਤਰ੍ਹਾਂ ਤੇਰੀ ਕਹਾਣੀ ਹੈ, ਇੱਕ ਆਰਟਿਸਟ ਹੈ, ਉਹ ਇੱਥੇ ਆਇਆ ਹੋਇਆ, ਉਹ NSD ਦਾ ਪਾਸ ਆਊਟ ਹੈ, ਤੂੰ ਉਹਨੂੰ ਜਾ ਕੇ ਮਿਲ ਲੈ, ਤੇ ਜੇ ਉਹਨੂੰ ਤੇਰਾ ਆਈਡੀਆ ਪਸੰਦ ਆ ਗਿਆ ਤੇ ਮਤਲਬ ਉਹ ਇਹ ਰੋਲ ਕਰ ਲੇਗਾ। ਤੇ ਮੈਂ ਆਪਣੀ ਉਹ ਸਕ੍ਰਿਪਟ ਲੈ ਕੇ ਉਹਦੇ ਕਮਰੇ 'ਚ ਚਲਿਆ ਗਿਆ, ਉਹਨੂੰ ਮੈਂ ਜਾ ਕੇ ਸਾਰੀ ਦੱਸਿਆ, ਫਿਲਮ ਦੀ ਕਹਾਣੀ ਦੱਸੀ, ਤੇ ਉਹਨੇ ਕਿਹਾ ਠੀਕ ਹੈ ਮੈਂ ਕਰ ਲੂੰਗਾ। ਮੇਰੀ ਉਹ ਖੁਸ਼ਕਿਸਮਤੀ ਸੀ ਕਿ ਉਹ ਅਦਾਕਾਰ ਸੀ ਓਮਪੁਰੀ। ਅੱਛਾ। ਔਰ ਉਹਦੇ ਨਾਲ ਜਦੋਂ ਮੈਂ ਕੰਮ ਕੀਤਾ ਤੇ ਮੈਂ ਜੋ ਉਹਦੇ ਕੋਲੋਂ ਸਿੱਖਿਆ, ਮੈਂ ਉਹਨੂੰ ਕਿਹਾ ਜੀ ਤੁਸੀਂ ਇੱਥੇ ਖੜੇ ਹੋ। ਉਹਨੂੰ ਕਹਿੰਦਾ ਮੈਂ ਇੱਥੇ ਕਿਉਂ ਖੜਾ? ਜੀ ਮੈਂ ਉਹਨੂੰ ਕਿਹਾ ਕਿ ਮੈਂ, ਤੁਸੀਂ ਇੱਧਰ ਦੇਖ ਰਹੇ ਹੋ, ਤੇ ਉਹਨੇ ਮੈਨੂੰ ਪੁੱਛਣਾ ਕਿ ਮੈਂ ਇੱਧਰ ਕਿਉਂ ਦੇਖ ਰਿਹਾ। ਉਹਦੇ ਜਿਹੜੇ ਸਵਾਲ ਸੀ, ਉਹਨੇ ਮੈਨੂੰ ਮਤਲਬ ਇਹ ਇੱਕ ਟ੍ਰੇਨਿੰਗ ਦਿੱਤੀ ਕਿ ਜਦੋਂ ਸੈੱਟ ਤੇ ਆਉਣਾ ਤੇ ਤੁਹਾਨੂੰ ਜ਼ਿਆਦਾ ਤਿਆਰੀ ਦੀ ਲੋੜ ਹੈ, ਜਿੰਨੀ ਦੇਰ ਤੁਸੀਂ ਕਲੀਅਰ ਨਹੀਂ ਹੋਵੋਗੇ, ਜਿੰਨੀ ਦੇਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਰਨਾ ਕੀ ਹੈ, ਤੇ ਤੁਸੀਂ ਕਰਵਾ ਨਹੀਂ ਸਕਦੇ। ਔਰ ਉਸ ਇੱਕ ਇੱਕ ਸ਼ਬਦ ਦੇ ਲਈ ਜਿਸ ਤਰ੍ਹਾਂ ਉਹ ਉਹਨੇ ਮਤਲਬ ਰਿਹਰਸਲ ਕੀਤੀ ਜਾਂ ਉਹਦੀ ਬੈਕਗਰਾਊਂਡ 'ਚ ਗਏ, ਉਹ ਮੈਨੂੰ ਅਜੇ ਤੱਕ ਵੀ ਯਾਦ ਆ। ਔਰ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੇ ਉਹ ਪਲ ਨਾ ਆਉਂਦੇ ਤਾਂ ਹੋ ਸਕਦਾ ਕਿ ਮੇਰਾ ਇੰਨਾ ਰਿਸ਼ਤਾ ਜਿਹੜਾ ਨਾਟਕਾਂ ਦੇ ਨਾਲ ਆ ਉਹ ਨਾ ਹੁੰਦਾ, ਜਿੰਨਾ ਕਿ ਉਹਨੂੰ ਮਿਲਣ ਤੇ ਇਹ ਜਿਹੜਾ ਸੰਯੋਗ ਜਿਹੜਾ ਇਹ ਹੋਇਆ। ਭਾਜੀ ਤੁਸੀਂ ਕਿਉਂਕਿ ਆਪ ਬਹੁਤ ਸਾਰਾ ਲਿਟਰੇਚਰ ਵੀ ਪੜ੍ਹਿਆ ਸੀ, ਕਿ ਇਹੀ ਕਾਰਨ ਸੀ ਕਿ ਤੁਸੀਂ ਬਹੁਤ ਸਾਰਾ ਕੰਮ ਜਿਹੜਾ ਲਿਟਰੇਚਰ ਨੂੰ ਲੈ ਕੇ ਕੀਤਾ, ਜਿਵੇਂ ਬਾਅਦ ਵਿੱਚ ਤੁਸੀਂ ਅੱਧ ਚਾਨਣੀ ਰਾਤ ਵੀ ਸੀਰੀਅਲ ਕੀਤਾ, ਹੋਰ ਬੜੇ ਸਾਰੇ ਛੋਟੇ ਛੋਟੇ ਜਿਹੜੇ ਸੀਗੇ, ਉਹ ਬਹੁਤ ਸਾਰਾ ਕੰਮ ਜਿਹੜਾ ਸੀ। ਇੱਕ ਮੈਨੂੰ ਯਾਦ ਹੈ ਬਿੰਦਰ ਸਿੰਘ ਸਰਨਾ ਦੀ ਕਹਾਣੀ ਵੀ ਸੀ, ਛਵੀਆਂ ਦੀ ਰੁੱਤ, ਉਹ ਵੀ ਤੁਸੀਂ ਕੀਤੀ, ਬੜੀ ਖੂਬਸੂਰਤ ਉਹਦੀ ਪੇਸ਼ਕਾਰੀ ਸੀ, ਬਹੁਤ ਖੂਬਸੂਰਤ। ਯਾਨੀ ਵਨ ਆਫ ਦੀ ਕਹਿ ਲਓ ਕਿ ਤੁਹਾਡੀ ਕਲਾਸਿਕ ਜਿਹੜੇ ਪਲੇਜ਼ ਨੇ, ਵਨ ਆਫ ਦੈਮ, ਕਿ ਉਹ ਤੁਹਾਡੀ ਪੇਸ਼ਕਾਰੀ ਸੀ। ਤੇ ਇਹ ਤੁਸੀਂ ਲਿਟਰੇਚਰ ਨੂੰ ਕਾਫੀ ਸਾਰਾ ਜਿਹੜਾ ਕਿ ਦੂਰਦਰਸ਼ਨ ਦੇ ਨਾਟਕਾਂ ਵਿੱਚ ਢਾਲਿਆ, ਇਹਦੇ ਪਿੱਛੇ ਕੀ ਇੱਕ ਕਾਰਨ ਸੀਗਾ? ਕਿ ਓਰੀਜਨਲ ਨਾਟਕ ਨਹੀਂ ਸੀ ਮਿਲਦੇ, ਜਾਂ ਟੀਵੀ ਲਈ ਲਿਖਿਆ ਨਹੀਂ ਸੀ ਜਾ ਰਿਹਾ, ਜਾਂ ਤੁਹਾਨੂੰ ਜ਼ਿਆਦਾ ਲਿਟਰੇਚਰ ਨਾਲ ਪਿਆਰ ਸੀ? ਇੱਕ ਗੱਲ ਤੇ ਕਿ ਮੈਨੂੰ ਪਿਆਰ ਵੀ ਜ਼ਿਆਦਾ ਸੀ, ਕਿਉਂਕਿ ਮੈਂ ਲਿਟਰੇਰੀ ਬੈਕਗਰਾਊਂਡ ਤੋਂ ਆਇਆ ਸੀ। ਮੈਂ MA ਪੰਜਾਬੀ ਲਿਟਰੇਚਰ, ਫਿਰ ਉਸ ਤੋਂ ਬਾਅਦ ਇੱਧਰ ਫੋਕ ਆਰਟ ਦੇ ਨਾਲ ਹੋ ਗਿਆ। ਦੂਜਾ, ਮੈਨੂੰ ਉਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਜਿਹੜਾ ਸੰਚਾਰ ਹੈ ਉਹ ਵਪਾਰ ਬਣ ਗਿਆ, ਉਦੋਂ ਸੰਚਾਰ ਜਿਹੜਾ ਉਹ ਵਪਾਰ ਨਹੀਂ ਸੀ। ਉਦੋਂ ਮਿਆਰੀ ਪ੍ਰੋਗਰਾਮ, ਸਾਹਿਤਕ ਪ੍ਰੋਗਰਾਮ ਜਿਹੜੇ ਆ ਸ਼ਾਸਤਰੀ ਸੰਗੀਤ ਦੇ, ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ। ਔਰ ਇੱਕ ਦੌਰ ਵੀ ਸੀਗਾ ਉਸ ਤਰ੍ਹਾਂ ਦਾ, ਜਿਹੜੇ ਸਾਤੋਂ ਸੀਨੀਅਰ ਜਿਹੜੇ ਸੀਗੇ, ਉਹਨਾਂ ਦਾ ਵੀ ਝੁਕਾਅ ਜਿਹੜਾ ਉਹ ਸਾਹਿਤਕ ਕਿਰਤਾਂ ਵੱਲ ਹੈ। ਮਤਲਬ ਮੇਥੋਂ ਜਿਹੜੇ ਪਹਿਲੇ ਨਾਟਕ ਕਰਦੇ ਸੀ, ਉਹਨਾਂ ਨੇ ਪ੍ਰੇਮ ਚੰਦ ਦੀ ਕਹਾਣੀਆਂ ਤੇ ਨਾਟਕ ਕੀਤੇ, ਤੇ ਮਤਲਬ ਇੱਕ ਇੱਕ ਦੌਰ ਜਿਹੜਾ ਉਹ ਉਸ ਤਰ੍ਹਾਂ ਦਾ ਸੀਗਾ। ਔਰ ਦੂਜਾ ਇਹ ਹੈ ਕਿ ਜਦੋਂ ਤੁਸੀਂ ਕਿਸੇ ਕਹਾਣੀ ਨੂੰ ਟੀਵੀ ਤੋਂ ਪੇਸ਼ ਕਰਦੇ ਹੋ, ਤੇ ਕਹਾਣੀ ਜਿਹੜੀ ਆ ਉਹ ਟੀਵੀ ਨਾਟਕ ਦੇ ਜ਼ਿਆਦਾ ਨੇੜੇ ਹੈ, ਕਿਉਂਕਿ ਜਦੋਂ ਕਿਸੇ ਮੰਚ ਨਾਟਕ ਨੂੰ ਤੁਸੀਂ ਕਰਨਾ ਹੁੰਦਾ ਹੈ ਤਾਂ ਉਹ ਔਖਾ ਹੈ, ਕਿਉਂਕਿ ਮੰਚ ਦੀਆਂ ਆਪਣੀਆਂ ਜਿਹੜੀਆਂ ਨਾ ਉਹ ਇੰਨੀਆਂ ਮਜ਼ਬੂਤ ਜੜ੍ਹਾਂ ਹੈ, ਜੋ ਤੁਸੀਂ ਜੜ੍ਹਾਂ ਨੂੰ ਤੋੜ ਦਿਓਗੇ ਤਾਂ ਉਹ ਨਾਟਕ ਵੀ ਰਹੇਗਾ, ਉਹ ਕੁਝ ਹੋਰ ਬਣ ਜਾਏਗਾ। ਇਸ ਕਰਕੇ ਜਿਹੜਾ ਕਹਾਣੀ ਜਿਹੜੀ ਹੈ ਉਹ ਇਹਦੇ ਕਿਉਂਕਿ ਕਹਾਣੀ ਦੀ ਕਾਫੀ ਡਿਸਕ੍ਰਿਪਸ਼ਨ ਹੁੰਦੀ ਹੈ,
ਉਹ ਜਿੱਦਾਂ ਮਤਲਬ ਸੀਨ ਦਰਸਾਏ ਹੁੰਦੇ ਆ, ਉਹ ਤੁਹਾਨੂੰ ਇੱਕ ਮਦਦ ਮਿਲਦੀ ਹੈ ਉਹਨੂੰ ਉਹਦਾ ਸਕਰੀਨ ਪਲੇ ਕਰਨ ਦਾ। ਔਰ ਲੇਕਿਨ ਇਹ ਹੈ ਕਿ ਟੈਲੀਵਿਜ਼ਨ ਨਾਟਕ ਦੇ ਲਈ ਜੇ ਤੁਹਾਡੇ ਕੋਲੇ ਵਧੀਆ ਅਦਾਕਾਰ ਨਹੀਂ ਤਾਂ ਤੁਹਾਡੇ ਨਾਟਕਾਂ ਦਾ ਕੋਈ ਮਤਲਬ ਨਹੀਂ। ਬਹੁਤ ਸਹੀ। ਜਿੰਨੀ ਦੇਰ ਵਧੀਆ ਅਦਾਕਾਰ ਨਹੀਂ ਹੁੰਦਾ, ਔਰ ਸਾਨੂੰ ਭੁੱਖ ਹੁੰਦੀ ਸੀ ਕਿ ਯਾਰ ਕੋਈ ਆਰਟਿਸਟ ਦੱਸੋ, ਕਿਸੇ ਨੇ ਦੱਸਣਾ। ਕਿ ਦੂਜਾ ਇਹ ਹੁੰਦਾ ਵੀ ਜੇ ਤੁਸੀਂ ਇੱਕ ਅੱਛੇ ਆਰਟਿਸਟ ਨੂੰ ਮਿਲਦੇ ਹੋ ਤਾਂ ਉਹ ਹੋਰ ਦੂਜੇ ਅੱਛੇ ਆਰਟਿਸਟਾਂ ਬਾਰੇ ਤੁਹਾਨੂੰ ਦੱਸਦਾ। ਇੱਕ ਅੱਛੇ ਰਾਈਟਰ ਨੂੰ ਮਿਲੋ, ਉਹ ਤੁਹਾਨੂੰ ਹੋਰ ਬਿਹਤਰ ਰਚਨਾਵਾਂ ਬਾਰੇ ਜਿਹੜਾ ਉਹ ਦੱਸਦਾ। ਤੇ ਇਹਨਾਂ ਦਾ ਸਰਕਲ, ਜਿਸ ਤਰ੍ਹਾਂ ਜਤਿੰਦਰ ਕੌਰ ਦਾ, ਹਰਭਜਨ ਜੱਬਲ ਦਾ, ਇਹਨਾਂ ਦਾ ਜਿਹੜਾ ਸਰਕਲ ਸੀਗਾ, ਉਹਦੇ ਵਿੱਚ ਵੀ ਜਿਹੜੇ ਇਹਨਾਂ ਦੇ ਥਰੂ ਸਾਨੂੰ ਹੋਰ ਆਰਟਿਸਟਾਂ ਨੂੰ ਮਿਲਿਆ। ਉਹ ਮਤਲਬ ਜਦੋਂ ਅਸੀਂ ਰੀਡਿੰਗ ਕਰਦੇ ਸੀ ਵੀ ਇਹ ਇਸ ਤਰ੍ਹਾਂ ਦਾ ਰੋਲ ਹੈ, ਤੇ ਉਹ ਫਲਾਨਾ ਆਰਟਿਸਟ ਜਿਹੜਾ ਉਹ ਇਹਨੂੰ ਵਧੀਆ ਕਰ ਸਕਦਾ। ਇਸ ਤਰ੍ਹਾਂ ਫਿਰ ਇੱਕ ਸਿਲਸਿਲਾ ਜਿਹੜਾ ਉਹ ਕੜੀਆਂ ਬਣ ਜਾਂਦੀਆਂ ਸੀ। ਤੇ ਔਰ ਮੈਨੂੰ ਵਿਅਕਤੀਗਤ ਤੌਰ ਦੇ ਉੱਤੇ ਸਾਹਿਤਕ ਕ੍ਰਿਤਾਂ ਦੇ ਉੱਤੇ ਕੰਮ ਕਰਨਾ ਨਾ ਉਹ ਬਹੁਤ ਸਕੂਨ ਦਿੰਦਾ। ਮੈਂ 21 ਸਾਲ ਦੂਰਦਰਸ਼ਨ ਦੀ ਨੌਕਰੀ ਕੀਤੀ ਹੈ, ਪਰ 21 ਸਾਲਾਂ ਦੇ ਵਿੱਚ ਮੈਂ ਆਪਣੇ ਲਿਖੇ ਹੋਏ ਸਿਰਫ 2 ਨਾਟਕ ਕੀਤੇ। ਮੈਂ ਹਮੇਸ਼ਾ, ਮੈਨੂੰ ਜਿਹੜੀਆਂ ਦੂਜੀਆਂ ਕਲਾਕ੍ਰਿਤਾਂ ਉਹਨਾਂ ਨੇ ਪ੍ਰਭਾਵਿਤ ਕੀਤਾ ਕਿ ਮੇਰਾ ਜੀ ਕਰਦਾ ਹੁੰਦਾ ਆਹ ਵੀ ਕਰ ਲਾਂ, ਮੈਂ ਆਹ ਵੀ ਕਰ ਲਾਂ, ਮੈਂ ਆਹ ਵੀ ਕਰ ਲਾਂ। ਕਿਉਂਕਿ ਮੈਨੂੰ ਉਹ ਜਿਹੜੀਆਂ ਉਹਨਾਂ ਕਹਾਣੀਆਂ ਨੇ ਔਰ ਉਹਨਾਂ ਨੇ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਹੋਰ ਇੱਧਰ ਉੱਧਰ ਦੇਖਣ ਦੀ ਕਦੇ ਲੋੜ ਨਹੀਂ ਪਈ। ਜਿਹੜੀ ਇੱਕ ਸਾਹਿਤਕ ਕਿਰਤ ਹੈ ਉਹ ਇੱਕ ਸਾਰਥਕਤਾ ਦੀ ਗੱਲ ਕਰਦੀ ਹੈ, ਇੱਕ ਉਹਦਾ ਲਾਈਫ ਵੈਲਿਊ ਹੁੰਦੀ ਹੈ ਉਹਦੇ ਵਿੱਚ। ਬਿਲਕੁਲ। ਪਰ ਹੁਣ ਜਿਸ ਤਰ੍ਹਾਂ ਹੁਣ ਜਦੋਂ ਕਮਰਸ਼ੀਅਲਾਈਜੇਸ਼ਨ ਹੋ ਗਈ ਤਾਂ ਉਹ ਜਿਹੜਾ ਇੱਕ ਸੰਚਾਰ ਦਾ ਸੀ ਨਾ ਜੀ, ਉਹ ਪੁਲ ਜਿਹੜਾ ਉਹ ਕਾਫੀ ਟੁੱਟ ਗਿਆ। ਮਤਲਬ ਹੁਣ ਜਿਹੜਾ ਜ਼ਿਆਦਾ ਰੁਝਾਨ ਜਿਹੜਾ ਉਹ ਐਂਟਰਟੇਨਮੈਂਟ ਤੇ ਉਹ ਹੈ, ਪਰ ਸੰਚਾਰ ਜਿਹੜਾ ਉਹ ਨਾ ਵਪਾਰ ਹੈ ਤੇ ਨਾ ਪਿਓਰ ਐਂਟਰਟੇਨਮੈਂਟ ਹੈ। ਜਿਹੜਾ ਜ਼ਿੰਦਗੀ ਦੇ ਨਾਲ ਜੁੜਿਆ ਹੋਣਾ, ਬਾ ਮਕਸਦ ਜਿਹੜੀ ਗੱਲ ਕਰਨੀ, ਉਹ ਬਹੁਤ ਜ਼ਰੂਰੀ ਹੈ। ਬਿਲਕੁਲ। ਇਹ ਮੇਰੇ ਖਿਆਲ ਇਹੀ ਕਾਰਨ ਸੀ ਕਿ ਤੁਹਾਡੇ ਜਿੰਨੇ ਸੀਰੀਅਲ ਬਣੇ ਜਲੰਧਰ ਦੂਰਦਰਸ਼ਨ ਤੋਂ, ਜਿੰਨੇ ਨਾਟਕ ਆਏ, ਕਿਉਂਕਿ ਉਹ ਜ਼ਿੰਦਗੀ ਦੇ ਬੜੇ ਨੇੜੇ ਸੀ। ਉਹ ਕਰੈਕਟਰ ਚਾਹੇ ਪਿੰਡਾਂ ਵਾਲੇ ਲੋਕ ਸੀਗੇ, ਜਦੋਂ ਤੁਸੀਂ ਅੱਧ ਚਾਨਣੀ ਰਾਤ ਵਰਗਾ ਕਰਦੇ ਸੀਗੇ ਸੀਰੀਅਲ, ਤੇ ਉਹ ਬਿਲਕੁਲ ਪੇਂਡੂ ਬੈਕਗ੍ਰਾਉਂਡ ਸੀ ਸਾਰੀ, ਜਿਹੜੀ ਮਾਲਵਾ ਸੀ ਉਹਦੇ ਵਿੱਚ, ਕਰੈਕਟਰ ਉਦਾਂ ਦੇ ਸੀਗੇ, ਪਰ ਉਹਦੇ ਵਿੱਚ ਗੱਲ ਬਹੁਤ ਵੱਡੀ ਸੀਗੀ ਉਹਦੇ ਵਿੱਚ ਜਿਹੜੀ ਸੀ, ਕਿ ਜਿਹੜੀ ਤੁਸੀਂ ਸੰਚਾਰ ਦੀ ਗੱਲ ਕਰਦੇ ਪਏ ਹੋ, ਉਹ ਲੋਕਾਂ ਤੱਕ ਸੰਚਾਰ ਜਿਹੜਾ ਸੀ ਉਹ ਬਹੁਤ ਈਜ਼ਲੀ ਜਿਹੜੀ ਕਿ ਉਹ ਨਾਲ ਲੋਕੀ ਆਪਣੇ ਜੋੜਦੇ ਸੀ ਉਸ ਚੀਜ਼ ਨੂੰ। ਪਰ ਹੁਣ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਕਿ ਹੁਣ ਜਿਹੜਾ ਸੰਚਾਰ ਨਹੀਂ, ਹੁਣ ਵਪਾਰ ਹੈ। ਇਸੇ ਕਰਕੇ ਤੇ ਉਹ ਵਪਾਰ ਦੇ ਵਿੱਚੋਂ ਹੀ ਫਿਰ ਸਾਸ ਬਹੂ ਵਰਗੇ ਸੀਰੀਅਲ ਜਿਹੜੇ ਆ ਕਿ ਉਹ ਬਾਰ-ਬਾਰ ਉਹੀ ਚੀਜ਼ਾਂ ਜਿਹੜੀਆਂ ਕਿ ਨਿਕਲਦੀਆਂ ਪਈਆਂ ਨੇ, ਉਹ ਲੰਬੇ ਲੰਬੇ, ਕਿਉਂਕਿ ਉਹ ਵਪਾਰ ਜ਼ਿਆਦਾ ਬਣ ਗਿਆ। ਪਰ ਅੱਜ ਦੇ ਸਮੇਂ ਦੇ ਵਿੱਚ ਭਾਜੀ ਹੁਣ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਜਦੋਂ ਇੱਕ ਬਹੁਤ ਉਹ ਪੀਰੀਅਡ ਸੀ, 골ਡਨ ਪੀਰੀਅਡ ਸੀ ਮੈਂ ਕਹਿ ਸਕਦਾ, ਕਿ ਜਿਹੜਾ ਤੁਹਾਡਾ ਸਮਾਂ ਸੀ, ਤੁਹਾਡੇ ਨਾਲ ਹੋਰ ਵੀ ਸਾਥੀ ਸੀਗੇ ਜਿਨ੍ਹਾਂ ਨੇ ਅੱਛੇ ਕੰਮ ਕੀਤੇ। ਉਦੋਂ ਚੰਨੀ ਹੋਰੀ ਵੀ ਇੱਥੇ ਆਏ ਸੀਗੇ, ਬਾਅਦ ਵਿੱਚ ਹੋਰ ਵੀ ਦੋਸਤ ਜਿਹੜੇ ਕਿ ਕਰਦੇ ਰਹੇ ਸੀਰੀਅਲ ਵੀ, ਔਰ ਉਹਨਾਂ ਨੇ ਨਾਟਕ ਵੀ ਕੀਤੇ ਇਸ ਤਰ੍ਹਾਂ ਦੇ। ਪਰ ਹੁਣ ਇੱਕ ਗੈਪ ਆ ਗਿਆ ਬੜਾ ਵੱਡਾ ਇਹਦੇ ਵਿੱਚ, ਜਲੰਧਰ ਦੂਰਦਰਸ਼ਨ ਦੇ ਵਿੱਚ ਵੀ, ਤੇ ਜਿਹੜੇ ਲੋਕ ਜੁੜੇ ਸੀ ਜਲੰਧਰ ਦੂਰਦਰਸ਼ਨ ਨਾਲ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਗੈਪ ਹੈ। ਇਹ ਕੀ ਕਾਰਨ ਬਣੇ ਆ ਵੈਸੇ ਇਹਦੇ ਇੰਨੇ ਵੱਡੇ? ਕੀ ਉਹ ਲੋਕ ਨਹੀਂ ਰਹੇ ਜਾਂ ਫਿਰ ਕੋਈ ਹੋਰ ਕਾਰਨ ਬਣਿਆ? ਨਹੀਂ, ਇਹਦੇ ਕਈ ਕਾਰਨ ਨੇ ਜੀ। ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਜਦੋਂ ਇੱਕ ਸਰਕਾਰੀ ਅਦਾਰੇ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹਾਂਜੀ, ਉਹਦੇ ਮੁਕਾਬਲੇ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਸਰਕਾਰੀ ਅਦਾਰੇ ਦੇ ਮੁਤਾਬਕ ਜਿਹੜੇ ਆ ਉਹ ਨਹੀਂ ਹੁੰਦੇ। ਉਹ ਆਪਣੀਆਂ ਉਹ ਜਿੰਨੀ ਉਹ ਜਲਦੀ ਫੈਸਲੇ ਲੈ ਸਕਦੇ ਆ ਸਰਕਾਰੀ ਅਦਾਰੇ, ਉਹ ਉਨੀ ਜਲਦੀ ਫੈਸਲੇ ਜਿਹੜੇ ਆ ਉਹ ਨਹੀਂ ਲੈ ਸਕਦੇ। ਔਰ ਜਿਹੜਾ ਪ੍ਰਾਈਵੇਟ ਚੈਨਲ ਜਿਹੜੇ ਨੇ ਉਹ ਇੰਨੀ ਜਲਦੀ, ਇੰਨੀ ਰਫਤਾਰ ਔਰ ਇੰਨੀ ਤਾਦਾਦ ਦੇ ਵਿੱਚ ਆ ਗਏ ਕਿ ਉਹਦਾ ਮੁਕਾਬਲਾ ਕਰਨਾ ਦੂਰਦਰਸ਼ਨ ਦੇ ਲਈ ਜਿਹੜਾ ਉਹ ਕਾਫੀ
ਅਸੰਭਵ ਸੀਗਾ, ਕਿਉਂਕਿ ਉਨੀ ਤੇਜ਼ੀ ਦੇ ਨਾਲ ਜਿਹੜਾ ਬਦਲਾਵ ਜਿਹੜਾ ਉਹ ਨਹੀਂ ਆ ਰਿਹਾ ਸੀ। ਔਰ ਦੂਜਾ, ਜਿਹੜੇ ਚੈਨਲਸ ਨੂੰ ਪਤਾ ਸੀ ਕਿ ਦਰਸ਼ਕਾਂ ਨੂੰ ਕਿਸ ਤਰ੍ਹਾਂ ਭਰਮਾਇਆ ਜਾ ਸਕਦਾ ਹੈ, ਹਾਂ ਕਿਸ ਤਰ੍ਹਾਂ ਵੱਧ ਤੋਂ ਵੱਧ ਖਿੱਚਿਆ ਜਾ ਸਕਦਾ ਹੈ। ਫਿਰ ਉਹਨਾਂ ਨੂੰ ਸਪਾਂਸਰ ਕਰਨ ਵਾਲੇ ਜਿਹੜੀਆਂ ਉਹ ਐਡਵਰਟਾਈਜ਼ਿੰਗ ਏਜੰਸੀਜ਼ ਔਰ ਪ੍ਰੋਡਕਟਸ ਜਿਹੜੇ ਨੇ ਉਹ ਨੇ, ਔਰ ਉਹ ਫਿਰ ਉਹ ਹੀਲਾ ਵਸੀਲਾ ਕਰਕੇ ਉਹਨਾਂ ਨੇ ਦਰਸ਼ਕ ਜਿਹੜੇ ਨੇ ਉਹ ਖਿੱਚ ਲਏ, ਦੂਰਦਰਸ਼ਨ ਦੇ ਨਾਲੋਂ ਤੋੜ ਲਏ, ਔਰ ਦੂਰਦਰਸ਼ਨ ਉਹਦੇ ਨਾਲ ਬਰਾਬਰ ਜਿਹੜਾ ਉਹ ਮੇਚਾ ਰੱਖ ਕੇ ਤੁਰ ਨਹੀਂ ਸਕਿਆ। ਪਰ ਮੈਂ ਹੁਣ ਸਮਝਦਾ ਕਿ ਇਹ ਜਿਹੜਾ ਵੇਲਾ ਹੈ, ਹੁਣ ਇਸ ਵੇਲੇ ਇਹ ਵੀ ਗੋਲਡਨ ਚਾਂਸ, ਇੱਕ ਬਹੁਤ ਸੁਨਹਿਰੀ ਮੌਕਾ ਹੈ, ਕਿਉਂਕਿ ਉਦੋਂ ਬਹੁਤ ਜ਼ਿਆਦਾ ਡਿਪੈਂਡੈਂਸ ਹੁੰਦੀ ਸੀ। ਜਿਸ ਤਰ੍ਹਾਂ ਆਪਾਂ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮ ਦੇ ਲਈ ਇੱਕ ਚੀਜ਼ ਦੇ ਲਈ ਤੁਹਾਨੂੰ ਮੁੰਬਈ ਵਰਗੇ ਸ਼ਹਿਰ 'ਚ ਜਾਣਾ ਪੈਂਦਾ ਸੀ ਜਾਂ ਮਦਰਾਸ ਜਾਣਾ ਪੈਂਦਾ ਸੀ ਰॉ ਸਟਾਕ ਲੈਣ ਲਈ, ਟੈਕਨੀਸ਼ੀਅਨਸ ਲੈਣ ਲਈ। ਪਰ ਹੁਣ ਜਦੋਂ ਦਾ ਡਿਜੀਟਲ ਯੁੱਗ ਆਇਆ, ਔਰ ਕਿੰਨਾ ਜਿਹੜਾ ਬਦਲ ਗਿਆ, ਔਰ ਕਿੰਨਾ ਕੁਝ ਬਿਹਤਰ ਜਿਹੜਾ ਅੱਗੇ ਨਾਲੋਂ ਹੋਣਾ ਜਿਹੜਾ ਉਹ ਸ਼ੁਰੂ ਹੋ ਗਿਆ। ਹੁਣ ਤੁਸੀਂ ਮੋਬਾਈਲ ਕੈਮਰੇ ਦੇ ਨਾਲ ਵੀ, ਜੇ ਤੁਹਾਡੇ ਵਿੱਚ ਅੱਗ ਹੈ, ਜੇ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ, ਤਾਂ ਤੁਸੀਂ ਮੋਬਾਈਲ ਕੈਮਰੇ ਦੇ ਨਾਲ ਵੀ ਜਿਹੜਾ ਉਹ ਸ਼ੂਟ ਕਰ ਸਕਦੇ ਹੋ। ਮੋਬਾਈਲ ਕੈਮਰੇ ਦੇ ਉੱਤੇ ਫੀਚਰ ਫਿਲਮਾਂ ਬਣ ਰਹੀਆਂ ਨੇ ਜਿਨ੍ਹਾਂ ਨੂੰ ਅਵਾਰਡ ਮਿਲਿਆ, ਔਰ ਇਹ ਜਿਹੜੀ ਸਹੂਲਤ ਹੈ, ਇਹ ਬਹੁਤ ਵੱਡੀ ਸਹੂਲਤ ਹੈ। ਇਹ ਸਾਡੇ ਵੇਲੇ ਤਾਂ ਅਸੀਂ ਸੋਚ ਨਹੀਂ ਸੀ ਸਕਦੇ, ਕਿਉਂਕਿ ਜਿਸ ਤਰ੍ਹਾਂ ਦੀ ਟੈਕਨੋਲੋਜੀ ਸੀ ਉਹਦੇ ਲਈ ਮੈਨੂੰ ਹੁਣ ਵੀ ਯਾਦ ਆ ਕਿ ਜਿਹੜੀ 77 'ਚ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਰਿਕਾਰਡਿੰਗ ਜਿਹੜੀ ਆ ਉਹ 2 ਇੰਚ ਟੇਪ ਦੇ ਉੱਤੇ ਰਿਕਾਰਡ ਹੁੰਦੀ ਸੀ, ਤੇ ਐਡਾ ਵੱਡਾ ਉਹਦਾ ਸਪੂਲ ਹੁੰਦਾ ਸੀ ਜਿਹਨੂੰ ਚੁੱਕਣ ਦੇ ਲਈ ਇੱਕ ਪਿਨ ਹੁੰਦਾ ਸੀ। ਤੇ ਹੁਣ ਉਹਦੇ ਵਿੱਚ ਅੱਧੇ ਘੰਟੇ ਦੀ ਰਿਕਾਰਡਿੰਗ ਜਿਹੜੀ ਆ 32 ਮਿੰਟ ਦੀ ਸ਼ਾਇਦ ਰਿਕਾਰਡਿੰਗ ਉਹਦੇ 'ਚ ਹੋ ਸਕਦੀ ਸੀ, ਤੇ ਅੱਜ ਕੱਲ ਇੱਕ ਪੈਨ ਡਰਾਈਵ ਦੇ ਵਿੱਚ ਇੰਨਾ ਡਾਟਾ ਆ ਜਾਂਦਾ ਨਹੀਂ, ਔਰ ਪੈਨ ਡਰਾਈਵ ਦੀ ਲੋੜ ਨਹੀਂ, ਹੁਣ ਤਾਂ ਬਲੂਟੂਥ, ਮਤਲਬ ਇੰਨਾ ਕੁਛ ਮਤਲਬ ਡਿਜੀਟਲੀ ਸੌਖਾ ਹੋ ਗਿਆ ਕਿ ਹੁਣ ਆਈ ਕਲਾਊਡ ਦੇ ਥਰੂ ਜਾਂ ਕਰਕੇ ਤੁਹਾਨੂੰ ਡਾਟਾ ਜਿਹੜਾ ਉਹ ਬਹੁਤ ਜ਼ਿਆਦਾ ਫਰਕ ਪੈ ਗਿਆ। ਪਰ ਇਹਦੇ ਨਾਲ ਚੈਲੰਜ ਵੀ ਵੱਡਾ ਹੋ ਗਿਆ, ਬਿਲਕੁਲ, ਕਿਉਂਕਿ ਇਸ ਭੀੜ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੂਵ ਕਰੋਗੇ, ਕਿਸ ਤਰ੍ਹਾਂ ਤੁਸੀਂ ਇਹ ਲੈ ਕੇ ਆਓਗੇ ਕਿ ਇਹ ਜੋ ਤੁਸੀਂ ਕੀਤਾ, ਮਤਲਬ ਸੌਖਾ ਤਾਂ ਹੋ ਗਿਆ, ਪਰ ਉਹਨੂੰ ਪ੍ਰਗਟਾਉਣਾ ਜਿਹੜਾ ਉਹ ਕਾਫੀ ਔਖਾ ਹੈ। ਬਿਲਕੁਲ। ਭਾਜੀ, ਜਦੋਂ ਤੁਸੀਂ ਇਹ ਦੂਰਦਰਸ਼ਨ ਵਾਲੇ ਸੀਰੀਅਲ, ਨਾਟਕ ਇਹ ਸਾਰੇ ਕਰ ਰਹੇ ਸੀ, ਫਿਰ ਇੱਕ ਵੇਲਾ ਆਇਆ ਕਿ ਤੁਸੀਂ ਫਿਲਮ ਵੀ ਕੀਤੀ, ਵਿਸਾਖੀ ਫਿਲਮ, ਹੈ ਨਾ? ਤੇ ਵਿਸਾਖੀ ਵੀ ਇੱਕ, ਮੈਨੂੰ ਯਾਦ ਹੈ, ਉਹ ਵੀ ਇੱਕ ਮੁਖਤਾਰ ਗਿੱਲ ਹੋਰਾਂ ਦੀ ਕਹਾਣੀ ਸੀ, ਤੇ ਉਹਦੇ ਤੋਂ ਆਲਣਾ ਤੋਂ ਤੁਸੀਂ ਉਹ ਕੀਤੀ ਸੀ, ਕ੍ਰੀਏਟ ਕੀਤੀ ਸੀ, ਹੈ ਨਾ? ਵੀ ਉਹਦੇ ਵਿੱਚ ਵੀ ਇੱਕ ਲਿਟਰੇਰੀ ਜਿਹੜਾ ਸੀਗਾ ਕਿ ਤੁਸੀਂ ਉੱਥੋਂ ਹੀ ਉਹ ਇੱਕ ਆਈਡੀਆ ਸਾਰਾ ਕਰਕੇ ਉਸ ਨੂੰ ਡਿਵੈਲਪ ਕੀਤਾ ਸੀਗਾ, ਔਰ ਬੜੀ ਖੂਬਸੂਰਤ ਫਿਲਮ ਬੜੀ ਸੀਗੀ ਉਹ। ਔਰ ਉਸ ਤੋਂ ਬਾਅਦ ਵੀ ਤੁਸੀਂ ਮੇਰੇ ਖਿਆਲ ਕੁਝ ਫਿਲਮਾਂ ਕੀਤੀਆਂ, ਫਿਰ ਤੁਸੀਂ ਹੀਰ ਰਾਂਝਾ ਵੀ ਕੀਤੀ ਇੱਕ ਫਿਲਮ। ਮੈਂ ਥੋੜੇ ਜਿਹੇ ਤੁਹਾਡੇ ਫਿਲਮ ਵਾਲੇ ਐਕਸਪੀਰੀਅੰਸ ਸੁਣਨਾ ਚਾਹੁੰਦਾ ਕਿ ਇਹ ਫਿਲਮ ਵਾਲੇ ਐਕਸਪੀਰੀਅੰਸ ਤੇ ਜਿਹੜੇ ਦੂਰਦਰਸ਼ਨ ਤੋਂ ਕਿਵੇਂ ਵੱਖਰੇ ਸੀਗੇ। ਇਹਦਾ ਜਿਹੜਾ ਕੈਨਵਸ, ਨੋ ਡਾਊਟ ਕਿ ਬਹੁਤ ਵੱਡਾ ਕੈਨਵਸ ਸੀਗਾ, ਅਲੱਗ ਸੀਗਾ। ਇਹ ਵਾਲੇ ਐਕਸਪੀਰੀਅੰਸ ਕਿ ਇਹਦੇ ਵਿੱਚ ਉਨੀ ਕਾਮਯਾਬੀ ਜਾਂ ਉਨਾ ਵੱਡਾ ਜਿਹੜਾ ਭਾਜੀ ਹਰਜੀਤ ਸਿੰਘ ਹੋਰਾਂ ਦਾ ਨਾਮ ਸੀਗਾ, ਉਨਾ ਵੱਡਾ ਹੀ ਰਿਹਾ ਜਾਂ ਕੁਝ ਹੋਰ ਫਰਕ ਪਿਆ? ਨਹੀਂ, ਐਕਚੁਅਲੀ ਇਹ ਕਿ ਫਿਲਮ ਜਿਹੜੀ ਆ ਉਹ ਜੇ ਟੀਵੀ ਸਕਰੀਨ ਤੇ ਸਿਨੇਮਾ ਸਕਰੀਨ, ਇਹਨਾਂ ਦੋਵਾਂ 'ਚ ਬਹੁਤ ਫਰਕ ਹੈ। ਇਮੇਜ ਸਾਈਜ਼ ਦਾ ਨਹੀਂ ਫਰਕ, ਉਹਦੀ ਮੇਕਿੰਗ, ਉਹਦੀ ਪ੍ਰੈਜੈਂਟੇਸ਼ਨ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੈ। ਟੈਲੀਵਿਜ਼ਨ ਜਿਹੜਾ ਉਹ ਇੱਕ ਇਸ ਤਰ੍ਹਾਂ ਦਾ ਜਿਹਦੇ ਵਿੱਚ ਤੁਸੀਂ ਸਹੂਲਤਾਂ ਲੈ ਕੇ ਇੱਕ ਸੌਖੇ ਤਰੀਕੇ ਨਾਲ ਕਰ ਲੈਂਦੇ ਹੋ, ਪਰ ਫਿਲਮ ਜਿਹੜੀ ਆ ਉਹ ਬੜੀ ਡਿਮਾਂਡਿੰਗ ਹੈ। ਫਿਲਮ ਜਿਹੜੀ ਆ ਉਹ, ਉਹਦੇ ਲਈ ਫਾਈਨਾਂਸ ਵੀ ਚਾਹੀਦਾ, ਉਹਦੇ ਲਈ ਬਿਹਤਰ ਟੀਮ ਵੀ ਚਾਹੀਦੀ ਹੈ,
ਔਰ ਉਹਦਾ ਵਪਾਰ ਵੀ ਚਾਹੀਦਾ, ਉਹਦੀ ਮਾਰਕੀਟਿੰਗ, ਡਿਸਟ੍ਰੀਬਿਊਸ਼ਨ, ਉਹ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਜਿਹੜਾ ਮੈਨੂੰ ਜਿਹੜੀ ਸਭ ਤੋਂ ਵੱਡੀ ਦਿੱਕਤ ਜਿਹੜੀ ਆਈ, ਪਹਿਲੀ ਗੱਲ ਇਹ ਕਿ ਜਿਹੜੇ ਇਹ ਨਾਟਕ ਮਤਲਬ ਫਿਲਮ ਬਣਾਉਣ ਦਾ ਸਬਬ ਜਿਹੜਾ ਸੀਗਾ ਉਹ ਇਸ ਤਰ੍ਹਾਂ ਬਣਿਆ ਸੀ ਕਿ ਇੱਕ ਸ਼ਖਸ ਸੀ ਜਿਹਨੇ ਮੈਨੂੰ ਕਿਹਾ ਕਿ ਮੈਨੂੰ ਡਾਕਟਰਾਂ ਨੇ ਕਿਹਾ ਕਿ ਮੈਂ ਮੇਰੀ ਉਮਰ ਜਿਹੜੀ ਆ ਉਹ ਮੈਨੂੰ ਇਸ ਤਰ੍ਹਾਂ ਮੇਰੇ ਛੇਕ ਹੈਗਾ ਤੇ ਮੈਂ ਹਾਰਟ ਦੇ ਵਿੱਚ ਤੇ ਮੈਂ ਜ਼ਿਆਦਾ ਦੇਰ ਜਿਉਣਾ ਨਹੀਂ ਤੇ ਮੈਂ ਇੱਕ ਪੰਜਾਬੀ ਦੀ ਵਧੀਆ ਫਿਲਮ ਬਣਾਉਣੀ ਚਾਹੁੰਦਾ। ਤੇ ਉਹਨੇ ਕਿਹਾ ਵੀ ਉਹ ਮੈਂ ਚਾਹੁੰਦਾ ਕਿ ਤੁਸੀਂ ਬਣਾਓ। ਤੇ ਇਹ ਇਸ ਤਰ੍ਹਾਂ ਦਾ ਹੁੰਦਾ ਕਿ ਤੁਸੀਂ ਵੀ ਪ੍ਰਭਾਵਿਤ ਹੁੰਦੇ ਹੋ ਇਸ ਗੱਲ ਤੋਂ। ਤੇ ਮੈਂ ਕਿਹਾ ਵੀ ਮੈਨੂੰ ਤੁਸੀਂ ਸੁਣਾਓ ਕਹਾਣੀ। ਜਦੋਂ ਕਹਾਣੀ ਸੁਣਾਈ ਤੇ ਕਹਾਣੀ ਬਹੁਤ ਹੀ ਇੱਕ ਸਧਾਰਨ ਜੀ ਜਿਹਦੇ ਚ ਕੋਈ ਉਸ ਤਰ੍ਹਾਂ ਦੀ ਕਲਾਤਮਿਕ ਗੱਲਾਂ ਜਿਹੜੀਆਂ ਉਹ ਨਹੀਂ ਸੀ। ਤੇ ਮੈਂ ਕਿਹਾ ਜੀ ਇਹ ਤਾਂ ਕਹਾਣੀ ਜਿਹੜੀ ਆ ਉਹ ਕਹਿੰਦਾ ਜੀ ਫਿਰ ਤੁਸੀਂ ਦੇਖੋ, ਤੁਸੀਂ ਕਹਾਣੀ ਲੱਭ ਲਓ। ਤੇ ਫਿਰ ਉਸ ਮਤਲਬ ਸਿਲਸਿਲੇ ਦੇ ਵਿੱਚ ਮੈਨੂੰ ਮੁਖਤਾਰ ਗਿੱਲ ਦੀ ਆਲਣਾ ਕਹਾਣੀ ਜਿਹੜੀ ਆ ਉਹ ਪਸੰਦ ਆਈ ਤੇ ਮੈਨੂੰ ਲੱਗਦਾ ਵੀ ਇਹਨੂੰ ਏਦਾਂ ਫਿਲਮ ਦੇ ਲਈ ਇਸ ਤਰ੍ਹਾਂ ਡਿਵੈਲਪ ਜਿਹੜਾ ਉਹ ਕੀਤਾ ਜਾ ਸਕਦਾ। ਪਰ ਉਸ ਫਿਲਮ ਨੂੰ ਬਣਾਉਣ ਵਿੱਚ ਜਿੰਨੀਆਂ ਮੁਸ਼ਕਿਲਾਂ ਆਈਆਂ, ਪਰ ਮੈਂ ਅੱਜ ਵੀ ਪ੍ਰਾਊਡ ਫੀਲ ਕਰਦਾ ਕਿ ਉਹ ਪਹਿਲੀ ਫਿਲਮ ਸੀ ਜਿਹੜੀ ਵਰਿੰਦਰ ਦੀ ਡੈਥ ਤੋਂ ਬਾਅਦ ਪੰਜਾਬ 'ਚ ਸ਼ੂਟ ਹੋਈ। ਔਰ ਅਸੀਂ ਉਹਦੇ ਵਿੱਚ ਛੋਟੀ ਕਿਰਸਾਨੀ ਦੀਆਂ ਸਮੱਸਿਆਵਾਂ ਜਿਹੜੀਆਂ ਉਹਨੂੰ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਏ। ਉਹਦੇ ਵਿੱਚ ਉਸ ਮਤਲਬ ਕਮਰਸ਼ੀਅਲ ਪੁਆਇੰਟ ਆਫ ਵਿਊ ਤੋਂ ਕੋਈ ਉਸ ਤਰ੍ਹਾਂ ਦੇ ਆਰਟਿਸਟ ਨਹੀਂ ਸੀ। ਉਹਦੇ ਵਿੱਚ ਦੀਪ ਢਿੱਲੋਂ, ਜਤਿੰਦਰ ਜੱਬਲ ਔਰ ਆਦਰਸ਼ ਗੌਤਮ ਜ਼ਿਆਦਾ ਉਹ ਸੀਗੇ ਜਿਹੜੇ ਮੇਰੇ ਨਾਲ ਦੂਰਦਰਸ਼ਨ ਦੇ ਨਾਲ ਜੁੜੇ ਹੋਏ ਸੀ, ਜਾਂ ਬਾਲੀ ਜੀ ਸੀ। ਔਰ ਪਰ ਉਹ ਓਵਰਆਲ ਐਕਸਪੀਰੀਅੰਸ ਜਿਹੜਾ ਉਹ ਕਾਫੀ ਵਧੀਆ ਰਿਹਾ। ਪਰ ਫਿਲਮ ਦੇ ਲਈ ਤੁਹਾਨੂੰ ਜਿਹੜਾ ਤੁਹਾਡਾ ਟੈਲੀਵਿਜ਼ਨ ਦਾ ਜਿਹੜਾ ਐਕਸਪੀਰੀਅੰਸ ਆ ਉਹ ਸਾਰੇ ਦਾ ਸਾਰਾ ਤੁਹਾਨੂੰ ਛੱਡਣਾ ਪੈਂਦਾ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਇਹ ਭਾਜੀ ਇਹ ਦੋ ਤਰ੍ਹਾਂ ਦੇ ਐਕਸਪੀਰੀਅੰਸ ਸੀ। ਇੱਕ ਤੁਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਪੀਟੀਸੀ ਲਈ ਕੁਝ ਟੈਲੀਫਿਲਮਾਂ ਉਹਦੇ ਲਈ ਕੀਤੀਆਂ, ਸ਼ਾਰਟ ਫਿਲਮਾਂ, ਹਨਾ ਜੀ, ਤੇ ਉਹ ਤੁਸੀਂ ਵੀ ਕੀਤੀਆਂ, ਹੋਰ ਵੀ ਕਾਫੀ ਸਾਰੀਆਂ ਉਹਦੇ ਵਿੱਚ ਆ ਰਹੀਆਂ ਨੇ। ਇਹ ਵਾਲੀਆਂ ਫਿਲਮਾਂ ਦਾ ਮੈਨੂੰ ਇਹ ਜਿਹੜੀ ਤੁਸੀਂ ਲਿਟਰੇਰੀ ਇੱਕ ਜਰਨੀ ਸੀ ਤੁਹਾਡੇ ਨਾਲ, ਜਿਹੜੀ ਤੁਹਾਡੇ ਜਲੰਧਰ ਦੂਰਦਰਸ਼ਨ ਦੇ ਨਾਟਕਾਂ ਨਾਲ ਜੁੜੀ ਹੋਈ, ਉਹ ਪੀਟੀਸੀ ਦੇ ਜਿਹੜੇ ਪਲੇਜ਼ ਨੇ ਕੁਝ, ਕੀ ਇਹਦੇ ਵਿੱਚ ਉਹ ਜਾਰੀ ਰਹੀ ਕਿ ਜਾਂ ਕਿਧਰੇ ਮਿਸਿੰਗ ਹੈ? ਨਹੀਂ, ਉਹ ਜਾਰੀ ਰਹੀ। ਅੱਛਾ। ਉਹਨੇ ਮੈਨੂੰ ਜਿਸ ਗੱਲ ਨੇ ਜੋੜਿਆ ਉਹ ਇਹੀ ਸੀ ਕਿ ਉਹਨਾਂ ਨੇ ਮੈਨੂੰ ਨਾਟਕ ਦਾ ਵਿਸ਼ਾ ਤੇ ਨਾਟਕ ਨੂੰ ਫਿਲਮਾਉਣ ਦਾ ਜਿਹੜਾ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਉਹ ਜਿਹੜੀ ਇੱਕ ਫਰੀडम ਤੁਹਾਨੂੰ ਮਿਲਦੀ ਹੈ ਐਜ਼ ਡਾਇਰੈਕਟਰ, ਐਜ਼ ਪ੍ਰੋਡਿਊਸਰ, ਉਹ ਬਹੁਤ ਜ਼ਰੂਰੀ ਹੁੰਦੀ ਹੈ। ਜੇ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੀ ਬੰਦਿਸ਼ ਲੱਗੀ ਹੈ, ਕੋਈ ਤਲਵਾਰ ਤੁਹਾਡੇ ਉੱਤੇ ਹੈ ਕਿ ਆਹ ਏਦਾਂ ਕਰਨਾ ਹੈ, ਇਸ ਤਰ੍ਹਾਂ ਕਰਨਾ, ਇਹਨੂੰ ਲਓ, ਉਹ ਫਿਰ ਉਹ ਜਿਹੜੀ ਇੱਕ ਫਰੀडम ਜਿਹੜੀ ਆ ਉਹ ਨਹੀਂ ਆਉਂਦੀ। ਔਰ ਮੈਂ ਜਿੰਨੀਆਂ ਕੁ ਵੀ ਕਹਾਣੀਆਂ ਕੀਤੀਆਂ ਉਹ ਅਸੀਂ ਜਿਸ ਤਰ੍ਹਾਂ ਸੰਦਲੀ ਬੂਹਾ, ਉਹ ਮੇਰੀ ਆਪਣੀ ਕਹਾਣੀ। ਮਤਲਬ ਪੀਟੀਸੀ 'ਚ ਮੈਂ ਕੁਝ ਆਪਣੀਆਂ ਕਹਾਣੀਆਂ ਜਿਹੜੀਆਂ ਉਹਦੇ ਉੱਤੇ ਕੰਮ ਕੀਤਾ। ਰੂਬਰੂ ਨਹੀਂ ਆ, ਬਰੂਹਾਂ ਤੇ ਆਸ਼ੀ, ਔਰ ਮੈਂ 5-6 ਫਿਲਮ ਕੀਤੀਆਂ। ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਜ਼ਿੰਦਗੀ ਦੀਆਂ ਮਤਲਬ ਹਕੀਕਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਉਹੀ ਕੀਤੀਆਂ ਜਾਣ। ਉਹ ਕੋਈ ਜਿਹੜੀਆਂ ਮਨੋਕਲਪਤ ਜਾਂ ਮੈਲੋਡਰਾਮੈਟਿਕ ਜਿਹੜੀਆਂ ਉਹ ਨਾ ਹੋਣ। ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਉਹ ਰੀਅਲਿਸਟਿਕ ਜਿਹੜਾ ਸਿਨੇਮਾ ਹੈ ਉਹਦਾ ਪੱਲਾ ਜਿਹੜਾ ਉਹ ਨਾ ਛੱਡਿਆ ਜਾਵੇ। ਹਾਂ ਭਾਜੀ, ਸਾਡੇ ਨਾਲ ਤੁਹਾਡੇ ਵਿਸਾਖੀ ਫਿਲਮ ਦੇ ਇੱਕ ਕਲਾਕਾਰ ਕ੍ਰਿਸ਼ਨ ਦਵੇਸਰ ਹੋਰੀ ਵੀ ਜੁੜੇ ਹੋਏ ਆ, ਤੁਹਾਨੂੰ ਸੁਣਦੇ ਪਏ ਆ। ਔਰ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਇੱਕ ਐਕਟਰ ਸਾਡਾ ਬਹੁਤ ਅੱਛਾ ਹੈ, ਵਿਪਿਨ ਕੁਮਾਰ, ਉਹ ਤੁਹਾਨੂੰ ਸੁਣਦਾ ਪਿਆ ਉੱਥੋਂ। ਔਰ
ਹੀਰਾ ਰੰਧਾਵਾ ਟੋਰਾਂਟੋ ਕੈਨੇਡਾ ਤੋਂ, ਉਹ ਵੀ ਤੁਹਾਨੂੰ ਸੁਣਦੇ ਪਏ ਆ, ਦੇਖਦੇ ਪਏ ਆ। ਸੋ ਅਸੀਂ ਬਾਅਦ ਵਿੱਚ ਜੇ ਕੋਈ ਦੋਸਤ ਕੋਈ ਭਾਜੀ ਕੋਲੋਂ ਹੋਰ ਪੁੱਛਣਾ ਚਾਹੇ ਜਾਂ ਕੋਈ ਕਮੈਂਟ ਇਹਨਾਂ ਦੇ ਕੰਮ ਬਾਰੇ ਕਰਨਾ ਚਾਹੇ ਤੇ ਉਹ ਜ਼ਰੂਰ ਗੱਲ ਕਰ ਸਕਦਾ। ਸੋ ਭਾਜੀ ਇੱਕ ਮੈਂ ਚਾਹਾਂਗਾ ਕਿ ਤੁਹਾਡੀ ਬੜੇ ਚਿਰ ਦੀ ਕਰੀਜ਼ ਸੀ, ਤੁਸੀਂ ਬੱਚਿਆਂ ਲਈ ਕੁਝ ਕੰਮ ਕਰਨਾ ਚਾਹੁੰਦੇ ਸੀ। ਇਹ ਮੈਨੂੰ ਯਾਦ ਹੈ ਕਿ ਬੜੇ ਸਾਲ ਪਹਿਲੇ 93 94 ਦੇ ਵਿੱਚ ਆਪਾਂ ਵੀ ਇੱਕ ਪ੍ਰੋਜੈਕਟ ਕੋਈ ਇੱਕ ਟੂਮਾ ਸੀਰੀਅਲ ਆਪਾਂ ਕਨਸੀਵ ਕੀਤਾ ਸੀ, ਪਰ ਉਹ ਬਾਅਦ ਚ ਹੋਇਆ ਨਹੀਂ ਸੀ। ਉਹਦੀ ਸਕ੍ਰਿਪਟਿੰਗ, ਉਹਦਾ ਮਿਊਜ਼ਿਕ, ਉਹਦੇ ਗਾਣੇ, ਉਹ ਸਾਰਾ ਕੁਝ ਹੋ ਗਿਆ ਸੀ ਉਹ, ਪਰ ਪਤਾ ਨਹੀਂ ਕਿਉਂ ਨਹੀਂ ਸੀ ਹੋ ਸਕਿਆ, ਮੈਨੂੰ ਯਾਦ ਨਹੀਂ। ਪਰ ਤੁਸੀਂ ਉਦੋਂ ਵੀ ਉਹਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਮੈਂ ਏਦਾਂ ਦਾ ਕੁਝ ਕਾਰਟੂਨ ਵਾਲੇ ਉਹ ਲੈ ਕੇ, ਕੁਝ ਏਦਾਂ ਸਾਇੰਸ ਵਾਲੇ ਕੁਝ ਬਣਾ ਕੇ ਕਰਨਾ ਚਾਹੁੰਦਾ ਵਾਂ। ਤੁਸੀਂ ਹੁਣ ਵੀ ਗੱਲ ਕੀਤੀ ਸੀ ਮੇਰੇ ਨਾਲ, ਤੇ ਮੈਂ ਚਾਹੁੰਦਾ ਉਹਦੇ ਬਾਰੇ ਤੁਸੀਂ ਕੁਝ ਗੱਲ ਕਰੋ ਕਿ ਉਹ ਤੁਸੀਂ ਕਿੱਦਾਂ ਦਾ ਕਨਸੈਪਟ ਵਿੱਚ ਕੁਝ ਕੰਮ ਕਰ ਰਹੇ ਹੋ। ਹਾਂ, ਇਹਦੇ ਚ ਇਸ ਤਰ੍ਹਾਂ ਕਿ ਵਿਅਕਤੀਗਤ ਤੌਰ ਦੇ ਉੱਤੇ ਪਰਸਨਲ ਜਿਹੜਾ ਉਹ ਮੇਰਾ, ਜਦੋਂ ਮੈਂ ਆਪਣੇ ਬਚਪਨ ਨੂੰ ਦੇਖਦਾ ਤਾਂ ਮੇਰਾ ਬਚਪਨ ਬਹੁਤ ਉਦਾਸ ਬਚਪਨ ਸੀ, ਔਰ ਬਹੁਤ ਇਸ ਤਰ੍ਹਾਂ ਦਾ ਬਚਪਨ ਸੀ ਕਿ ਮੈਂ ਬੜੀਆਂ ਚੀਜ਼ਾਂ ਨੂੰ ਤਰਸਦਾ ਰਿਹਾ ਕਰਕੇ। ਔਰ ਉਹ ਇੱਕ ਜਿਹੜੀ ਚੀਜ਼ ਦੀ ਘਾਟ ਤੁਹਾਡੇ ਅੰਦਰ ਰਹਿ ਜਾਂਦੀ ਹੈ ਤਾਂ ਉਹ ਸਾਰੀ ਉਮਰ ਤੁਹਾਡੇ ਨਾਲ ਹੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਬੱਚਿਆਂ ਦੇ ਲਈ ਕੁਝ ਨਾ ਕੁਝ, ਜਾਂ ਮਤਲਬ ਮੈਂ ਜਿਹੜਾ ਨਾਟਕ ਸੀ ਸੁਪਨੇ ਤੇ ਪਰਛਾਵੇਂ, ਜਿਹੜਾ ਮੇਰਾ ਪਹਿਲਾ ਲੜੀਵਾਰ ਨਾਟਕ ਸੀਗਾ, ਉਹਦੇ ਵਿੱਚ ਵੀ ਮੇਨ ਕਹਾਣੀ ਜਿਹੜੀ ਹੈ ਉਹ ਇੱਕ ਬੱਚੇ ਤੋਂ ਸ਼ੁਰੂ ਹੁੰਦੀ ਹੈ। ਤੇ ਮੈਨੂੰ ਉਹਦੇ ਬਚਪਨ ਦੇ ਨਾਲ ਜਦੋਂ ਉਹਦੀਆਂ ਘਟਨਾਵਾਂ ਨੂੰ ਦੇਖਿਆ ਤੇ ਮੈਂ ਇੱਕ ਆਇਡੈਂਟੀਫਿਕੇਸ਼ਨ ਜਿਹੜੀ ਹੈ ਤੁਹਾਨੂੰ ਹੋ ਜਾਂਦੀ ਆ। ਤੇ ਮੇਰਾ ਇਹ ਸੀ ਕਿ ਬੱਚਿਆਂ ਦੇ ਲਈ ਕੁਝ ਵਧੀਆ ਨਾਟਕ ਜਾਂ ਕਹਾਣੀਆਂ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ। ਤੇ ਜੋ ਦੂਰਦਰਸ਼ਨ ਸੀ ਉਦੋਂ ਵੀ ਮੈਨੂੰ ਯਾਦ ਹੈ ਕਿ 82 ਦੇ ਵਿੱਚ ਅਸੀਂ ਬੱਚਿਆਂ ਦੇ ਲਈ ਇੱਕ ਪਪਟ, ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਪਪਟ ਸੀਰੀਅਲ ਸ਼ੁਰੂ ਕੀਤਾ ਸੀਗਾ, ਅੰਕਲ 82। ਔਰ ਉਹ ਅੰਕਲ 82 ਜਿਹੜਾ ਹੈ ਉਹ ਇੱਕ ਖਾਲੀ ਘਿਓ ਦਾ ਡੱਬਾ ਸੀਗਾ ਜਿਹਨੂੰ ਅਸੀਂ ਰਿਬੋਟ ਬਣਾਇਆ ਸੀਗਾ, ਜਿਹਦੀ ਅੱਖਾਂ ਝਮਕਦਾ ਸੀਗਾ ਤੇ ਉਹ ਕਰਕੇ। ਤੇ ਉਹ ਇਹ ਮਤਲਬ ਹਮੇਸ਼ਾ ਮੇਰੇ ਮਨ 'ਚ ਰਹਿੰਦਾ ਸੀਗਾ ਕਿ, ਔਰ ਇੱਕ ਬਹੁਤ ਵੱਡੀ ਸ਼ਖਸੀਅਤ ਹੋਈ ਹੈ ਜਿਮ ਹੈਂਸਨ। ਜਿਮ ਹੈਂਸਨ ਜਿਹੜਾ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੁਤਲੀਆਂ ਦਾ ਸਿਰਜਕ ਸੀਗਾ, ਜਿਹਨੇ ਮਤਲਬ ਗਲਵ ਪਪੇਟਸ ਔਰ ਮਪਟਸ ਜਿਹੜੇ ਆ ਉਹ ਬਣਾ ਕੇ ਮਤਲਬ ਬੱਚਿਆਂ ਦੇ ਪ੍ਰੋਗਰਾਮ ਐਸੇ ਉਹਨੇ ਬਣਾਏ ਕਿ ਦੁਨੀਆ ਵਿੱਚ ਨੰਬਰ 1 ਪ੍ਰੋਗਰਾਮ ਜੋ ਹੈ ਤਾਂ ਉਹ ਜਿਮ ਹੈਂਸਨ ਦਾ ਸੈਸਮੇ ਸਟਰੀਟ ਜਿਹੜਾ ਉਹ ਅਜੇ ਵੀ ਜਿਹੜਾ ਚੱਲ ਰਿਹਾ, ਅਜੇ ਵੀ ਉਹਦੇ ਕਿਰਦਾਰ ਜਿਹੜੇ ਨੇ ਉਹ ਇੰਨੇ ਨੇ। ਮੈਂ ਉਸ ਦੀ ਜ਼ਿੰਦਗੀ ਤੋਂ, ਉਹਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਦਾ ਜਿਹੜਾ ਮੇਨ ਕਰੈਕਟਰ ਸੀਗਾ ਉਹਨੇ ਆਪਣੀ ਮਾਂ ਦੇ ਫਟੇ ਹੋਏ ਪੁਰਾਣੇ ਕੋਟ ਨੂੰ ਕੱਟ ਕੇ ਉਹਦਾ ਇੱਕ ਡੱਡੂ ਬਣਾ ਕੇ ਉਹਨੂੰ ਹੱਥ ਤੇ ਚੜਾ ਕੇ ਉਹਨੇ ਕਰਮ ਦਾ ਫਰੋਗ, ਉਹ ਮੇਨ ਕਰੈਕਟਰ ਜਿਹੜਾ ਉਹਨੇ ਬਣਾਇਆ। ਔਰ ਉਸ ਹੱਥ ਦੇ ਉੱਤੇ ਚੜੇ ਹੋਏ ਇੱਕ ਪਪਟ ਦੇ ਪਿੱਛੇ ਜਿਹੜੀ ਰੂਹ ਸੀ ਉਹ ਜਿਮ ਹੈਂਸਨ ਦੀ ਰੂਹ ਸੀ। ਔਰ ਜਿਸ ਢੰਗ ਨਾਲ ਉਹਨੇ ਉਹਨੂੰ ਵੌਇਸ ਦਿੱਤੀ, ਜਿਸ ਢੰਗ ਦੇ ਨਾਲ ਉਹਨੇ ਉਹਨੂੰ ਐਕਟ ਕਰਵਾਇਆ, ਔਰ ਉਹ ਹਰ ਇੱਕ ਦੇ ਮਨ ਦੇ ਵਿੱਚ ਜਿਹੜਾ ਉਹ ਵਸ ਗਿਆ। ਤੇ ਇਹ ਹੈ ਕਿ ਜਿਹੜੀ ਮਟੀਰੀਅਲ ਹੈ ਉਹ ਇੰਨਾ ਜ਼ਰੂਰੀ ਨਹੀਂ ਹੈ, ਉਹ ਮਹੱਤਵਪੂਰਨ ਨਹੀਂ ਹੈ। ਜਿਹੜੀ ਤੁਹਾਡੇ ਦਿਲ ਦੀ ਗੱਲ ਜਿਹੜੀ ਹੈ, ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਉਹ ਬਹੁਤ ਜ਼ਰੂਰੀ ਹੈ। ਹੁਣ ਜਿਸ ਤਰ੍ਹਾਂ ਕੋਈ ਬਹੁਤ ਬੁਰਾ ਐਕਟਰ ਹੈ, ਉਹਨੂੰ ਤੁਸੀਂ ਨੈਪੋਲੀਅਨ ਦੀ ਅਸਲੀ ਤਲਵਾਰ ਦੇ ਦਿਓ ਤੇ ਉਹ ਵਧੀਆ ਐਕਟਿੰਗ ਨਹੀਂ ਕਰ ਸਕਦਾ, ਪਰ ਵਧੀਆ ਐਕਟਰ ਲੱਕੜੀ ਦੀ ਤਲਵਾਰ ਨਾਲ ਵੀ ਨੈਪੋਲੀਅਨ ਨੂੰ ਜਿਹੜਾ ਉਹ ਜਿਉਂਦਾ ਕਰ ਸਕਦਾ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਡਿਜੀਟਲ ਟੈਕਨੀਕ ਇੰਨੀ ਨਹੀਂ ਸੀ ਆਈ ਤੇ ਜ਼ਿਆਦਾ ਪਪਟਰੀ ਔਰ ਐਨੀਮੇਟ੍ਰੋਨਿਕਸ ਜਿਹੜੇ ਆ ਉਹ ਹੁੰਦੇ ਸੀ। ਤੇ ਮੈਂ ਐਨੀਮੇਟ੍ਰੋਨਿਕਸ ਦੇ ਪਿੱਛੇ ਲੱਗ ਕੇ ਮੈਂ ਪਤਾ ਨਹੀਂ ਕਿੱਥੋਂ ਕਿੱਥੋਂ ਉਹ ਮੈਗਜ਼ੀਨ ਲੱਭਣੇ ਤੇ ਉਹ ਚੀਜ਼ਾਂ ਪ੍ਰਾਪਤ ਕਰਨੀਆਂ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿੰਨਤਾਂ ਤਰਲੇ ਕਰਕੇ ਕੁਝ ਨਾ ਕੁਝ ਮੰਗਵਾਉਣਾ
ਤੇ ਉਹ ਮੈਂ ਕਰ ਲਿਆ। ਮੇਰਾ ਹੌਲੀ ਹੌਲੀ ਇੰਟਰਸਟ ਇੰਨਾ ਬਣ ਗਿਆ ਕਿ ਮੈਂ ਇੱਕ ਕਿਰਾਏ ਤੇ ਘਰ ਲੈ ਕੇ ਉੱਥੇ ਇਹਨਾਂ ਚੀਜ਼ਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਫਿਰ ਮੈਨੂੰ ਇਹ ਸੀ ਕਿ ਮੈਂ ਜਿੰਨੀ ਦੇਰ ਫੁੱਲ ਟਾਈਮ ਇੱਧਰ ਨਹੀਂ ਜਾਂਦਾ ਉਨੀ ਦੇਰ ਮੈਂ ਜਸਟਿਸ ਨਹੀਂ ਕਰ ਪਾਊਂਗਾ। ਤੇ ਮੇਰਾ ਨੌਕਰੀ ਛੱਡਣ ਦਾ ਜਿਹੜਾ ਇੱਕ ਰੀਜ਼ਨ ਇਹ ਸੀ ਕਿ ਮੈਂ ਫੁੱਲ ਟਾਈਮ ਇੱਧਰ ਜਾਣਾ ਚਾਹੁੰਦਾ ਸੀ ਤੇ ਮੈਂ ਇਹਨੂੰ ਸਕਸੈਸਫੁਲ ਕਰਨਾ ਚਾਹੁੰਦਾ ਸੀ। ਪਰ ਉਹਨਾਂ ਦਿਨਾਂ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਮੈਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਫਾਈਨੈਂਸ਼ੀਅਲੀ। ਕੁਝ ਨੇੜੇ ਮੇਰੇ ਜਿਹੜੇ ਨੇੜੇ ਜੁੜੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬਿਟਰੇ ਕੀਤਾ, ਉਹ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਕੁਝ ਕਿਸਮਤ ਨੇ ਵੀ ਮੇਰਾ ਸਾਥ ਨਾ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਇੱਕ ਇਹ ਆਇਆ ਸੀਗਾ ਕਿ ਫਿਲਮਾਂ ਨੂੰ ਸਬਸਿਡੀ ਮਿਲੇਗੀ ਤੇ ਮੈਂ ਉਹਦੇ 'ਚ ਅਪਲਾਈ ਕੀਤਾ ਕਿ ਮੈਂ ਬੱਚਿਆਂ ਦੀ ਫਿਲਮ ਬਣਾਉਣੀ ਚਾਹੁੰਦਾ। ਤੇ ਔਰ ਉਹ ਜਿਹੜੀ ਆ ਫਿਲਮ ਮੇਰੀ ਜਿਹੜੀ ਆ ਉਹ ਮੇਰੀ ਪਾਸ ਹੋ ਗਈ। ਪਰ ਉਸ ਤੋਂ ਬਾਅਦ ਉਹ ਗਵਰਨਮੈਂਟ ਹੀ ਚਲੀ ਗਈ, ਉਹ ਸਬਸਿਡੀਆਂ ਹੀ ਖਤਮ ਹੋ ਗਈਆਂ ਤੇ ਉਹ ਜਿਹੜਾ ਔਰ ਮੈਂ ਉਹ ਲੈ ਕੇ ਦਿੱਲੀ ਨਾ ਮੁੰਬਈ ਚਿਲਡਰਨ ਫਿਲਮ ਸੁਸਾਇਟੀ ਕੋਲ ਵੀ ਗਿਆ। ਹਾਲਾਂਕਿ ਮੇਰੇ ਕੋਲੇ ਜਿਹੜਾ ਰਿਕਮੈਂਡੇਸ਼ਨ ਲੈਟਰ ਸੀ ਉਹ ਇੰਡੀਆ ਦਾ ਇੱਕ ਬਹੁਤ ਵੱਡਾ ਫਿਲਮ ਮੇਕਰ ਆ ਉਹਦਾ ਸੀ। ਉਹਨੇ ਮੈਨੂੰ ਫੋਨ ਕਰਕੇ ਕਿਹਾ ਸੀ, ਮੇਰਾ ਇੱਕ ਦੋਸਤ ਆ ਜੀ, ਤੁਸੀਂ ਇਹਨੂੰ ਸੁਣਿਓ। ਉੱਥੇ ਜਾ ਕੇ ਮੈਂ ਆਪਣੀ ਜਦੋਂ ਫਾਈਲ ਦਿੱਤੀ, ਸਾਰੀ ਗੱਲ ਦੱਸੀ ਕਿ ਮੈਂ ਇੱਦਾਂ ਦੀ ਬੱਚਿਆਂ ਦੀ ਫਿਲਮ ਬਣਾਉਣੀ ਚਾਹੁੰਦਾ, ਤੇ ਉਹਨਾਂ ਨੇ ਫਾਈਲ ਦੇਖ ਕੇ ਕਹਿੰਦੇ ਸਾਡੇ ਤਾਂ ਫੰਡ ਖਤਮ ਹੈ। ਤੇ ਉਹ ਫਾਈਲ ਉਹਨਾਂ ਨੇ ਕਰਕੇ ਮੈਨੂੰ ਵਾਪਸ ਦੇ ਦਿੱਤੀ। ਔਰ ਮੈਂ ਚੁੱਪ ਕਰਕੇ ਉਹ ਫਾਈਲ ਲੈ ਕੇ ਮੈਂ ਕਿਸ ਤਰ੍ਹਾਂ ਕਿਰਾਇਆ ਜੋੜ ਕੇ ਗਿਆ ਸੀ ਉਸੇ ਤਰ੍ਹਾਂ ਮੈਂ ਬਰਾਂਗ ਜਿਹੜਾ ਉਹ ਵਾਪਸ ਆ ਗਿਆ। ਪਰ ਉਹ ਧੁਖਦੀ ਰਹੀ ਗੱਲ ਕਿ ਮੈਂ ਕਰਨਾ ਹੈ, ਮੈਂ ਕਰਨਾ ਹੈ, ਮੈਂ ਕਰਨਾ ਹੈ। ਫਿਰ ਏਦਾਂ ਹੋਇਆ ਕਿ ਆ ਜਦੋਂ ਲਾਕਡਾਊਨ ਸੀ, ਇੱਕ ਦਿਨ ਮੈਂ ਆਪਣੇ ਆਪ ਨੂੰ ਸ਼ੁਰੂ ਦੇ ਦਿਨਾਂ ਦੇ ਵਿੱਚ ਹੀ ਮੈਂ ਕਿਹਾ, ਮੈਂ ਕਹਿੰਦਾ ਫਿਰਦਾ ਕਿ ਮਤਲਬ ਬੱਚਿਆਂ ਦੀ ਫਿਲਮ ਬਣਾਓ, ਬੱਚਿਆਂ ਦਾ ਪ੍ਰੋਗਰਾਮ ਬਣਾਓ, ਤੇ ਮੈਂ ਆਪ ਕਿਉਂ ਨਹੀਂ ਬਣਾਉਂਦਾ। ਤੇ ਮੈਂ ਅੰਦਰ ਜਾ ਕੇ ਦੇਖਿਆ ਤੇ ਬਹੁਤ ਅਧੂਰੀਆਂ ਚੀਜ਼ਾਂ ਜਿਹੜੀਆਂ, ਕੋਈ ਮਪਟਸ ਪਏ ਸੀ, ਪਪਟਸ ਪਏ ਸੀ, ਮਾਸਕ ਪਏ ਸੀ, ਐਨੀਮੇਟ੍ਰੋਨਿਕ ਦਾ ਸਮਾਨ ਪਿਆ ਸੀ, ਕਾਫੀ ਕੁਝ ਜਿਹੜਾ ਖਿਲਾਰਾ ਪਿਆ ਹੋਇਆ ਸੀ। ਤੇ ਮੈਂ ਸੋਚਿਆ ਮੈਂ ਇਹਨਾਂ ਨੂੰ ਹੀ ਜੋੜ ਕੇ ਇਹਨਾਂ ਨਾਲ ਜੋ ਬਣੇਗਾ ਮੈਂ ਕਰੂੰਗਾ। ਮੈਂ ਤੇ ਇੱਕ ਸ਼ਖਸ ਮੇਰੇ ਨਾਲ ਜਿਹੜਾ ਸੀ ਉਹ ਵੀ ਲਾਕਡਾਊਨ 'ਚ ਫਸਿਆ ਹੋਇਆ ਸੀਗਾ। ਉਹ ਕੁਦਰਤੀ ਫਿਰ ਅਸੀਂ ਦੋਵਾਂ ਨੇ ਰਲ ਕੇ ਹੌਲੀ ਹੌਲੀ ਉਹ ਸ਼ੁਰੂ ਕੀਤਾ। ਅਸੀਂ ਨਵੇਂ ਕਰੈਕਟਰ ਬਣਾਉਣੇ ਸ਼ੁਰੂ ਕੀਤੇ, ਫਿਰ ਕੁਝ ਹੋਰ ਲੋਕ ਜੁੜ ਗਏ ਤੇ ਹੁਣ ਜਿਹੜਾ ਉਹ ਮੈਂ ਆਲਮੋਸਟ ਰੈਡੀ ਹੈਗਾ ਪਹਿਲੇ ਐਪੀਸੋਡ ਦੇ ਲਈ। ਔਰ ਹਾਲਾਂਕਿ ਮਤਲਬ ਇਹ ਟੈਕਨੀਕ ਜਿਹੜੀ ਹੈ ਉਹ ਕੋਈ ਬਹੁਤ ਨਵੀਂ ਟੈਕਨੀਕ ਨਹੀਂ ਹੈ। ਇਹ ਮਪਟ ਔਰ ਪਪਟਸ ਔਰ 2D ਐਨੀਮੇਸ਼ਨ ਜਾਂ ਮਤਲਬ ਇਸ ਤਰ੍ਹਾਂ ਦਾ ਹੈ। ਪਰ ਇਹਦੇ 'ਚ ਕੀ ਹੈ ਕਿ ਤੁਹਾਡੀ ਪਾਰਟਿਸਿਪੇਸ਼ਨ ਹੈ। ਤੁਸੀਂ ਆਪਣੇ ਹੱਥੀਂ ਕੋਈ ਚੀਜ਼ਾਂ ਬਣਾਉਂਦੇ ਹੋ। ਇੱਕ ਹੱਥੀਂ ਪੇਂਟ ਕੀਤਾ ਹੈ, ਹੱਥ ਨਾਲ ਕਰੈਕਟਰ ਬਣਾਇਆ, ਇੱਕ ਉਹਦੀ ਅੱਖ ਤੁਸੀਂ ਪੇਂਟ ਕੀਤੀ, ਉਹਦਾ ਨਹੁੰ ਤੁਸੀਂ ਬਣਾਇਆ, ਮਤਲਬ ਉਹਦੇ ਕਾਸਟਿਊਮ ਤੁਸੀਂ ਬਣਾਏ। ਉਹ ਇੱਕ ਜਿਹੜੀ ਰਿਸ਼ਤਾ ਜਿਹੜਾ ਨਾ ਉਹ 3D ਐਨੀਮੇਸ਼ਨ 'ਚ ਨਹੀਂ ਆ ਸਕਦਾ। 3D ਐਨੀਮੇਸ਼ਨ ਦੇ ਵਿੱਚ ਇੱਕ ਲੰਬੀ ਟੀਮ ਹੈ ਜਿਹਨੇ ਅਲੱਗ-ਅਲੱਗ ਕੰਮ ਡਿਸਟਰੀਬਿਊਟ ਹੋ ਜਾਂਦੇ ਆ। ਉੱਥੇ ਤੁਸੀਂ ਬੈਠ ਕੇ ਇੱਕ ਅਬਜ਼ਰਵਰ ਹੁੰਦੇ ਹੋ, ਜਾਂ ਤੁਸੀਂ ਜਿੱਦਾਂ ਡਰਾਈਵਰ ਹੁੰਦੇ ਹੋ, ਤੁਸੀਂ ਦੱਸੀ ਜਾਂਦੇ ਹੋ ਵੀ ਇੱਦਾਂ ਕਰੋ, ਇੱਦਾਂ ਕਰ ਲਓ। ਪਰ ਉਹ ਇੱਕ ਜਿਹੜੀ ਪਰਸਨਲ ਇਕੁਏਸ਼ਨ ਹੈ, ਜਿਹੜਾ ਜੁੜਨਾ ਹੁੰਦਾ, ਉਹ ਮਪਟਸ ਪਪਟਸ ਔਰ ਇਹਨਾਂ ਕਰੈਕਟਰ ਦੇ ਨਾਲ ਮਤਲਬ ਮੈਨੂੰ ਇਸ ਵੇਲੇ ਮੈਨੂੰ ਜ਼ਿਆਦਾ ਤਸੱਲੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਐਨੀਮੇਸ਼ਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਲੱਗਿਆ ਕਿ ਆਊਟਡੇਟਡ ਆ, ਪਰ ਮੈਨੂੰ ਇਹਦੇ 'ਚ ਖੁਸ਼ੀ ਮਿਲ ਰਹੀ ਆ ਔਰ ਮੈਂ ਇਹੀ ਕਰੂੰਗਾ। ਕੀ ਬਾਤ ਹੈ, ਬਹੁਤ ਵਧੀਆ ਭਾਜੀ। ਭਾਈ ਇੱਕ ਤੁਹਾਡਾ ਇੱਕ ਹੋਰ ਪੱਖ ਹੈ ਤੁਹਾਡੇ ਕੰਮਾਂ ਦੇ ਵਿੱਚੋਂ ਕਿ ਤੁਸੀਂ ਸਟੇਜ ਪਲੇਜ਼ ਲਿਖੇ, ਜਿਹੜੀ ਰੀਸੈਂਟ ਤੁਹਾਡੀ ਕਿਤਾਬ ਆਈ ਹੈ ਤੇ ਉਹਦੇ ਵਿੱਚ 3 ਪਲੇ ਹੈਗੇ ਨੇ ਔਰ ਬੜਾ ਖੂਬਸੂਰਤ ਤੁਸੀਂ ਪਲੇ ਇੱਕ ਬਾਰ ਦੇ ਇਲਾਕੇ ਵਾਲਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ। ਮੈਂ ਤੁਹਾਡਾ ਅੱਗੇ ਵੀ ਗੱਲ ਕੀਤੀ ਕਿ ਉਹ ਨਾਟਕ ਪੜ੍ਹ ਕੇ ਬਿਲਕੁਲ ਮੈਨੂੰ ਆਪਣੇ ਫਾਦਰ ਸਾਹਿਬ ਨਾਲ ਮੈਂ ਬਹੁਤ ਰਿਲੇਟ ਕਰਦਾ, ਕਿਉਂਕਿ ਉਹ ਉਸ ਇਲਾਕੇ 'ਚੋਂ ਆਏ ਸੀਗੇ ਉਧਰੋਂ 47 ਦੇ ਵੇਲੇ। ਤੇ ਉਹ ਬਿਲਕੁਲ ਜਦੋਂ ਮੈਂ ਨਾਟਕ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਇਹੀ ਗੱਲਾਂ ਮੇਰੇ ਫਾਦਰ ਸਾਹਿਬ ਦੱਸਦੇ ਸੀ ਜੋ ਇਹਦੇ ਵਿੱਚ ਹੈਗਾ ਵਾ ਸਾਰਾ ਕੁਝ। ਇਹ ਵਾਲੇ ਨਾਟਕ ਪਰ ਤੁਸੀਂ ਆਪ ਖੇਡੇ ਨਹੀਂ,
ਜਾਂ ਤੁਸੀਂ ਦੂਰਦਰਸ਼ਨ ਲਈ ਕੀਤੇ ਨਹੀਂ, ਪਰ ਤੁਸੀਂ ਲਿਖੇ ਸਟੇਜ ਵਾਸਤੇ ਆ। ਇਹ ਕਿੱਦਾਂ ਆਈਡੀਆ ਆਇਆ ਕਿ ਮੈਂ ਹੁਣ ਇਹ ਚਲੋ ਸਟੇਜ ਲਈ ਲਿਖ ਲਾਂ? ਨਹੀਂ, ਮੈਂ ਇਸ ਤਰ੍ਹਾਂ ਨਹੀਂ ਲਿਖਿਆ ਕਿ ਚਲੋ ਸਟੇਜ ਲਈ ਅੱਛਾ। ਲਿਖ ਲਾਂ। ਇਹ ਮਤਲਬ ਜਿਹੜੀ ਇਹਦਾ ਇਹ ਕਿਆਸੇ ਹੀ ਸਟੇਜ ਲਈ ਗਈ। ਅੱਛਾ। ਜਿਹੜਾ ਸੰਦਲਬਾਰ ਹੈ, ਉਹ ਜਦੋਂ ਉਹ ਸਬਜੈਕਟ ਮੇਰੇ ਸਾਹਮਣੇ ਆਇਆ ਤਾਂ ਉਹ ਮੈਨੂੰ ਲੱਗਿਆ ਕਿ ਮੈਂ ਇਹਨੂੰ ਟੀਵੀ ਨਾਟਕ ਜਿਹੜਾ ਉਹ ਨਹੀਂ ਬਣਾਉਣਾ, ਕਿਉਂਕਿ ਇਹ ਟੀਵੀ ਦੇ ਨਾਟਕ ਦੇ ਨਹੀਂ ਹੈ। ਔਰ ਇਹਨੂੰ ਮੈਂ ਉਦੋਂ ਇੱਕ ਵਾਰੀ ਮੇਰੇ ਮਨ 'ਚ ਆਇਆ ਸੀ ਕਿ ਮੈਂ ਇਹਨੂੰ ਐਜ਼ ਫਿਲਮ ਜਿਹੜਾ ਕੰਸੀਵ ਕਰਾਂ। ਫਿਰ ਮੈਨੂੰ ਲੱਗਿਆ ਕਿ ਨਹੀਂ, ਇਹ ਜੇ ਮੰਚ ਨਾਟਕ ਹੋਏਗਾ ਤਾਂ ਇਹ ਜ਼ਿਆਦਾ ਜਿਹੜਾ ਉਹ ਸਬਜੈਕਟ ਨੂੰ ਜਸਟੀਫਾਈ ਕਰ ਸਕੇਗਾ, ਕਿਉਂਕਿ ਫਿਲਮ ਦੇ ਲਈ ਜਿੰਨਾ ਕੁਛ ਤੁਹਾਨੂੰ ਚਾਹੀਦਾ, ਜਿੰਨਾ ਜੋ ਫਾਈਨਾਂਸ ਚਾਹੀਦਾ, ਜੋ ਟੀਮ ਚਾਹੀਦੀ, ਜੋ ਫੌਜ ਚਾਹੀਦੀ ਹੈ, ਉਹ ਤੁਹਾਨੂੰ ਮੰਚ ਨਾਟਕ ਲਈ ਨਹੀਂ ਚਾਹੀਦੀ। ਪਰ ਜੇ ਤੁਹਾਡੀ 'ਚ ਉਹ ਚਿੰਗ ਹੈ ਤਾਂ ਉਹ ਤੁਸੀਂ ਉਹੀ ਪ੍ਰਭਾਵ ਜਿਹੜਾ ਉਹ ਮੰਚ ਤੇ ਵੀ ਜਿਹੜਾ ਉਹ ਕ੍ਰੀਏਟ ਜਿਹੜਾ ਉਹ ਕਰ ਸਕਦੇ ਹੋ। ਔਰ ਜਿਹੜੀਆਂ ਮੰਚ ਦੀਆਂ ਸੰਭਾਵਨਾਵਾਂ ਜਿਹੜੀਆਂ, ਉਹਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਇਹ ਜਿਹੜਾ ਸੰਦਲਬਾਰ ਹੈ ਇਹ 2 ਵਾਰ ਖੇਡਿਆ ਵੀ ਗਿਆ। ਇਹ ਦੇਸ਼ ਭਗਤ ਯਾਦਗਾਰ ਹਾਲ 'ਚ ਖੇਡਿਆ ਗਿਆ, ਫਿਰ ਪ੍ਰੀਤਨਗਰ ਇੱਕ ਵਾਰੀ ਖੇਡਿਆ ਗਿਆ, ਪਰ ਜ਼ਿਆਦਾ ਜਿਹੜਾ ਉਹ ਨਹੀਂ ਖੇਡਿਆ ਗਿਆ। ਜਿਹੜਾ ਤੀਸਰਾ ਨਾਟਕ ਹੈ ਉਹ ਪੈਂਟਾਬਸ ਥੀਏਟਰ ਕੰਪਨੀ ਜਿਹੜੀ ਲੰਡਨ ਦੀ ਸੀ, ਉਹਨਾਂ ਨੇ ਪੰਜਾਬ ਦੇ ਸਹਿਯੋਗ ਦੇ ਨਾਲ ਇੱਕ ਥੀਏਟਰ ਵਰਕਸ਼ਾਪ ਕੀਤੀ ਸੀ। ਉਸ ਵਰਕਸ਼ਾਪ ਦੇ ਵਿੱਚ ਉਹ ਜਿਹੜਾ ਮੈਂ ਉਸ ਵਰਕਸ਼ਾਪ ਦੇ ਲਈ ਉਹ ਨਾਟਕ ਲਿਖਿਆ, ਤੇ ਫਿਰ ਉਹ ਫਰੀਦਕੋਟ ਜਿਹੜਾ ਉਹ ਬ੍ਰਿਟਿਸ਼ ਐਕਟਰਸ ਤੇ ਪੰਜਾਬੀ ਐਕਟਰਸ ਦੇ ਨਾਲ ਖੇਡਿਆ ਗਿਆ। ਔਰ ਬਹੁਤ ਮਤਲਬ ਇੱਕ ਜ਼ਿੰਦਗੀ ਦਾ ਬਹੁਤ ਵਧੀਆ ਤਜਰਬਾ ਸੀ, ਜਿਹਦੇ ਵਿੱਚ ਇੱਕ ਅਦਾਕਾਰ ਜਿਹੜਾ ਉਹ ਪੰਜਾਬੀ 'ਚ ਡਾਇਲੌਗ ਬੋਲਦਾ ਤੇ ਉਹਦਾ ਜਵਾਬ ਜਿਹੜਾ ਅੰਗਰੇਜ਼ੀ 'ਚ ਆਉਂਦਾ। ਇੱਕ ਅੰਗਰੇਜ਼ੀ ਦਾ ਐਕਟਰ ਹੈ, ਇੱਕ ਪੰਜਾਬੀ ਦਾ ਐਕਟਰ ਹੈ, ਪਰ ਉਹ ਸ਼ੁਰੂ 'ਚ 10 ਮਿੰਟ ਤੇ ਲੋਕ ਹੱਸੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਹੋ ਰਿਹਾ। ਪਰ 10 ਮਿੰਟ ਤੋਂ ਬਾਅਦ ਉਸ ਨਾਟਕ ਨੇ ਮਤਲਬ ਬਿਠਾ ਲਿਆ ਦਰਸ਼ਕਾਂ ਨੂੰ ਵੀ। ਔਰ ਉਸ ਮਿਸਟਰ ਸਟੀਵ ਸੀ ਜਿਹਨੇ ਡਾਇਰੈਕਟ ਕੀਤਾ ਸੀਗਾ, ਤੇ ਮੈਂ ਐਜ਼ ਕੋ ਡਾਇਰੈਕਟਰ ਔਰ ਕੋ ਰਾਈਟਰ, ਮਤਲਬ ਐਜ਼ ਰਾਈਟਰ ਐਂਡ ਉਹਦੇ ਵਿੱਚ ਕੀਤਾ। ਪਰ ਉਸ ਤਜਰਬੇ ਨੇ ਮੈਨੂੰ ਦਿੱਤਾ ਕਿ, ਔਰ ਉਹਨੂੰ ਮੈਂ ਚਾਹੁੰਦਾ ਸੀ ਕਿ ਉਹ ਇੱਕ ਨਾਟਕ ਹੀ ਰਹੇ, ਔਰ ਉਹਨੂੰ ਮੈਂ ਕੋਈ ਉਹਦੀ ਫਿਲਮ ਜਾਂ ਕੁਛ ਇੱਦਾਂ ਦਾ ਜਿਹੜਾ ਨਾ ਬਣਾਵਾਂ। ਇਸ ਕਰਕੇ ਜਿਹੜਾ ਤੀਸਰਾ ਅੰਮ੍ਰਿਤਾ ਸ਼ੇਰਗਿੱਲ ਦਾ ਸੀ, ਇਹ ਵੀ ਮੈਂ ਆਪਣੀ ਬੇਟੀ ਦੇ ਲਈ ਲਿਖਿਆ ਸੀ। ਉਹ ਉਦੋਂ HMV ਕਾਲਜ ਦੇ ਵਿੱਚ ਸੀ, ਉਹ ਨਾਟਕ ਕਰਨਾ ਚਾਹੁੰਦੇ ਸੀ, ਤੇ ਉਹਦੇ ਕਹਿਣ ਤੇ ਕਿ ਮੈਨੂੰ ਆਪਾਂ ਕੋਈ ਨਾਟਕ ਲਿਖ ਕੇ ਦਿਓ। ਤੇ ਉਹ ਮੈਂ ਉਦੋਂ ਮੈਨੂੰ ਉਹ ਜਿਹੜਾ ਕਿਰਦਾਰ ਜਿਹੜਾ, ਕਿਉਂਕਿ ਉਹ ਕਿਰਦਾਰ ਦੇ ਨਾਲ ਮੇਰੀ ਸਾਂਝ ਜਿਹੜੀ ਬਹੁਤ ਪੁਰਾਣੀ ਸੀ, ਔਰ ਮੈਨੂੰ ਲੱਗਿਆ ਕਿ ਜੇ ਇਸ ਤਰ੍ਹਾਂ ਦਾ ਕਿਰਦਾਰ ਜਿਹੜਾ ਉਹ ਮੰਚ ਤੇ ਆਵੇ ਤੇ ਉਹਦਾ ਪ੍ਰਭਾਵ ਜਿਹੜਾ ਉਹ ਬਹੁਤ ਵਧੀਆ ਪੈ ਸਕਦਾ। ਅੰਮ੍ਰਿਤਾ ਸ਼ੇਰਗਿੱਲ ਸਾਡੇ ਪੰਜਾਬ ਦਾ ਮਾਣ ਹੈ, ਜਿਹਨੇ ਭਾਰਤੀ ਕਲਾ ਨੂੰ ਇੱਕ ਨਵੀਂ ਜਿਹੜੀ ਆ ਦਿਸ਼ਾ ਦਿੱਤੀ, ਜਿਹਦੇ ਨਾਲ ਆਧੁਨਿਕ ਕਲਾ ਦਾ ਜਿਹੜਾ ਆਗਾਜ਼ ਜਿਹੜਾ ਉਹ ਹੋਇਆ। ਔਰ ਅਸੀਂ ਉਹਨੂੰ ਉਨਾ ਮਾਣ ਸਤਿਕਾਰ ਜਿਹੜਾ ਉਹ ਨਹੀਂ ਦਿੱਤਾ। ਔਰ ਇਹ ਬਣਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਪੰਜਾਬ ਨਾਲ ਜੁੜੀਆਂ ਸ਼ਖਸੀਅਤਾਂ ਜਿਹੜੀਆਂ ਨੇ, ਉਹਨਾਂ ਨੂੰ ਅਸੀਂ ਆਪਣੇ ਕਿਰਤਾਂ ਦੇ ਵਿੱਚ ਜ਼ਰੂਰ ਜਿਹੜਾ ਉਹ ਲੈ ਕੇ ਆਈਏ। ਉਹਨਾਂ ਦੀ ਇਹ ਜ਼ਰੂਰੀ ਹੈ। ਔਰ ਉਹ ਏਡਾ ਵੱਡਾ ਕਿਰਦਾਰ ਹੈ ਕਿ ਉਹਨੂੰ ਨਾਟਕ ਵਿੱਚ ਲਿਆਉਣਾ ਜਿਹੜਾ ਉਹ ਮੇਰੇ ਲਈ ਮਾਣ ਵਾਲੀ ਗੱਲ ਹੈ। ਬਹੁਤ ਖੂਬਸੂਰਤ ਨਾਟਕ ਹੈ ਉਹ ਵੀ ਤੁਹਾਡਾ ਜਿਹੜਾ ਵਾ। ਔਰ ਮੈਂ ਸਮਝਦਾ ਤਿੰਨੇ ਬੜੇ ਡਿਫਰੈਂਟ ਲਿਖੇ ਗਏ ਆ, ਬੜੇ ਅਲੱਗ ਸਟਾਈਲ ਦੇ ਵਿੱਚ, ਔਰ ਵਿਜ਼ੂਅਲੀ ਬੜੇ ਸਟਰੋਂਗ ਹੈ ਕਿ ਜੇਕਰ ਕੋਈ ਉਸ ਨੂੰ ਕ੍ਰੀਏਟਿਵਲੀ ਅਸੀਂ ਕਰਦੇ ਆ ਜਦੋਂ ਸਟੇਜ ਤੇ, ਤਾਂ ਉਹਦੇ 'ਚ ਨਜ਼ਰ ਆਉਂਦਾ ਵੀ ਹਾਂ ਇਹ ਡਾਇਰੈਕਟਰ ਲਈ ਇੱਕ ਸਪੇਸ ਹੈ, ਡਿਜ਼ਾਈਨਰ ਲਈ ਇੱਕ ਸਪੇਸ ਹੈ। ਸੋ ਉਸ ਤਰ੍ਹਾਂ ਤਰੀਕੇ ਦੇ ਨਾਲ ਮੈਂ ਉਹਨਾਂ ਨਾਟਕਾਂ ਨੂੰ ਪੜ੍ਹਿਆ। ਸੋ ਹੁਣ ਮੈਂ ਜ਼ਰੂਰ ਜਿਹੜੇ ਦੋਸਤ ਸੁਣਦੇ ਪਏ ਆ, ਕੋਈ ਗੱਲ ਕਰਨੀ ਚਾਹਣ ਸਰੀਨ ਸਾਹਿਬ ਜਾਂ
ਸ਼ਬਦੀਸ਼ ਵੀ ਚੰਡੀਗੜ੍ਹ ਤੋਂ ਨੇ। ਕੋਈ ਤੁਸੀਂ ਕੁਝ ਕਮੈਂਟ ਜਾਂ ਕੋਈ ਸਵਾਲ? ਕੋਈ ਬੈਲ ਮੈਡਮ ਤੁਸੀਂ ਹੈਗੇ ਹੋ? ਨਵਰਿੰਦਰਾ ਬੈਲ ਮੈਡਮ, ਹੁਣੇ ਤੁਸੀਂ ਸੀਗੇ ਪਹਿਲੇ। ਮੇਰੇ ਖਿਆਲ ਉਹਨਾਂ ਦਾ ਕੈਮਰਾ ਬੰਦ ਆ ਰਿਹਾ। ਸੋ ਇਹ ਜਿਹੜੀ ਇੱਕ ਜਰਨੀ ਜਿਹਦੇ ਵਿੱਚ ਕਿ ਤੁਹਾਡੇ ਵੀ ਬੜੇ ਅਲੱਗ ਵੀ ਦੂਰਦਰਸ਼ਨ ਦੇ, ਟੀਵੀ ਦੇ, ਪੀਟੀਸੀ ਦੇ, ਫਿਲਮਾਂ ਦੇ, ਔਰ ਇੱਕ ਇਹ ਵਾਲੇ ਐਕਸਪੀਰੀਅੰਸ ਹੈ ਜਿਹੜੇ ਸਟੇਜ ਵਾਲੇ ਜਿਹੜੇ ਐਕਸਪੀਰੀਅੰਸ ਹੈ, ਇਹ ਇੱਕ ਜਰਨੀ ਨੂੰ ਹੁਣ ਭਾਜੀ ਜਦੋਂ ਤੁਸੀਂ ਇਹ ਸਾਰਾ ਕੁਝ ਪਿੱਛੇ ਦੇਖਦੇ ਹੋ, ਝਾਤੀ ਮਾਰਦੇ ਹੋ, ਤੇ ਕਿਵੇਂ ਲੱਗਦਾ ਵੀ ਇਹਦੇ ਵਿੱਚੋਂ ਕਿੱਦਾਂ ਦੀ ਕੁਝ ਪ੍ਰਾਪਤੀ ਜਾਂ ਸੈਟੀਸਫੈਕਸ਼ਨ ਕੀ ਮਹਿਸੂਸ ਹੁੰਦਾ ਹੈ ਇਹ ਸਾਰੇ ਕੰਮ ਦੇ ਵਿੱਚੋਂ? ਮੈਨੂੰ ਥ੍ਰਿਲ ਮਹਿਸੂਸ ਹੁੰਦੀ ਹੈ। ਮੈਨੂੰ ਇਹ ਹੈ ਕਿ ਮੈਨੂੰ ਅਜੇ ਵੀ ਇਹ ਲੱਗਦਾ ਕਿ ਜੋ ਮੈਂ ਜਿੱਦਾਂ ਦਾ ਕੰਮ ਮੈਂ ਕਰਨ, ਜਿਸ ਤਰ੍ਹਾਂ ਦੀ ਮੈਂ ਫਿਲਮ ਬਣਾਉਣੀ ਚਾਹੁੰਦਾ, ਉਹ ਮੈਂ ਅਜੇ ਬਣਾਉਣੀ ਹੈ। ਜਿਸ ਤਰ੍ਹਾਂ ਦਾ ਮੈਂ ਬੱਚਿਆਂ ਦਾ ਕੰਮ ਕਰਨਾ ਚਾਹੁੰਦਾ, ਉਹ ਅਜੇ ਮੈਂ ਕਰਨਾ ਹੈ। ਤੇ ਮੈਨੂੰ ਉਹ ਭੁੱਖ ਜਿਹੜੀ ਹੈ ਉਹ ਅਜੇ ਬਰਕਰਾਰ ਹੈ। ਔਰ ਮੈਂ ਆਪਣਾ ਮੈਕਸਿਮਮ ਟਾਈਮ ਜਿਹੜਾ ਉਹ ਮੈਂ ਲਿਖਣ ਪੜ੍ਹਨ 'ਚ ਜਾਂ ਇਹਨਾਂ ਕੰਮਾਂ 'ਚ ਹੀ ਬਤੀਤ ਕਰਨਾ ਜਿਹੜਾ ਮੈਨੂੰ ਚੰਗਾ ਲੱਗਦਾ। ਔਰ ਇਹ ਕਿਉਂਕਿ ਹੁਣ ਇਹ ਲੱਗਦਾ ਕਿ ਹੁਣ ਥੋੜੀ ਅਕਲ ਆਈ ਹੈ। ਉਹ ਮਤਲਬ ਹੁਣ ਤੁਹਾਨੂੰ ਥੋੜਾ ਜਿਹਾ ਉਹ ਮਹਿਸੂਸ ਹੁੰਦਾ ਕਿ ਹੁਣ ਤੁਹਾਨੂੰ ਪਤਾ ਲੱਗਣ ਲੱਗਿਆ ਜਿਸ ਕਰਕੇ, ਤੇ ਹੁਣ ਤੁਸੀਂ ਬਿਹਤਰ ਕਰੋਗੇ। ਮੈਂ ਆਪਣੀਆਂ ਜੋ ਫਿਲਮਾਂ ਦੇਖਦਾ ਤੇ ਮੈਨੂੰ ਉਹਦੇ 'ਚ ਹਜ਼ਾਰਾਂ ਗਲਤੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ, ਤੇ ਮੇਰਾ ਜੀ ਕਰਦਾ ਕਿ ਹੁਣ ਮੈਂ ਬਣਾਵਾਂ ਤੇ ਮੈਂ ਬਿਹਤਰ ਫਿਲਮ ਜਿਹੜੀ ਆ ਉਹ ਬਣਾਵਾਂ। ਬਿਲਕੁਲ। ਮੈਂ ਜਦੋਂ ਹੁਣੇ ਰੀਸੈਂਟਲੀ ਤੁਹਾਡੀ ਇੱਕ ਛੋਟੀ ਫਿਲਮ ਦੇਖੀ ਸੀ, ਬਾਬਾ ਨਾਨਕ ਵਾਲੀ, ਸੁਰਜੀਤ ਪਾਤਰ ਹੋਰਾਂ ਦੇ ਗੀਤ ਉੱਤੇ ਤੁਸੀਂ ਉਹਨੂੰ ਫਿਲਮਾਇਆ ਸੀ। ਉਹ ਬੜੀ ਵਿਜ਼ੂਅਲੀ ਬੜੀ ਸਟਰੋਂਗ ਸੀ, ਔਰ ਉਹ ਕਿਉਂਕਿ ਉਹਦੇ ਵਿੱਚ ਸਹਿਜਤਾ ਬਹੁਤ ਸੀ। ਉਹ ਮੈਂ ਦੇਖਿਆ ਕਿ ਉਹ ਜਿਹੜੀ ਇੱਕ ਕੈਮਰੇ ਦੀ ਸਹਿਜਤਾ, ਇੱਕ ਵਿਜ਼ੂਅਲ ਦੀ ਸਹਿਜਤਾ, ਉਹ ਜਿਹੜੀ ਤੁਸੀਂ ਗੱਲ ਉਹਦੇ 'ਚ ਕਹਿਣੀ ਚਾਹੁੰਦੇ ਹੋ, ਉਹ ਲਾਸਟ ਵਿੱਚ ਛੋਟਾ ਜਿਹਾ ਇੱਕ ਟਵਿਸਟ ਹੈ ਜਿਹਦੇ ਵਿੱਚ ਸਾਰੀ ਗੱਲ ਹੈ ਉਹਦੇ ਵਿੱਚ। ਔਰ ਅਦਰਵਾਈਜ਼ ਸਾਰਾ ਉਹ ਇੱਕ ਗੀਤ ਹੈ, ਔਰ ਗੀਤ ਦੇ ਦਰਮਿਆਨ ਛੋਟੀ ਜਿਹੀ ਇੱਕ ਟਵਿਸਟ ਦੇ ਨਾਲ ਉਹ ਪੂਰੀ ਇੱਕ ਟੈਲੀਫਿਲਮ ਬਣ ਗਈ ਉਹਦੇ ਵਿੱਚ। ਉਹ ਭਾਜੀ ਕਿੱਦਾਂ ਤੁਹਾਨੂੰ ਆਈਡੀਆ ਆਇਆ ਵੀ ਹਾਂ ਇਹ ਕੰਮ ਮੈਂ ਏਦਾਂ ਕਰ ਲਵਾਂ? ਨਹੀਂ, ਮੈਨੂੰ ਨਾ ਐਕਚੁਅਲੀ ਮੈਨੂੰ ਵਿਅਕਤੀਗਤ ਤੌਰ ਦੇ ਉੱਤੇ ਮੈਨੂੰ ਸਾਦਗੀ ਪਸੰਦ ਹੈ। ਮੈਨੂੰ ਸਿੰਪਲ, ਮੈਨੂੰ ਇਹ ਲੱਗਦਾ ਹੁੰਦਾ ਕਿ ਸਿੰਪਲ ਗੱਲ ਕਹਿਣੀ ਜ਼ਿਆਦਾ ਔਖੀ ਹੈ। ਔਖੀ ਗੱਲ ਕਹਿਣੀ ਬਹੁਤ ਸੌਖੀ ਹੈ, ਪਰ ਇੱਕ ਗੱਲ ਨੂੰ ਸਮਝਾਉਣਾ ਸਹਿਜ ਤਰੀਕੇ ਦੇ ਨਾਲ ਜਿਹੜਾ ਕਰਨਾ, ਉਹ ਇੱਕ ਫਿਲਮ ਮੇਕਰ ਨੇ ਕੋਪਾਲਾ, ਉਹ ਕਹਿੰਦੇ ਨੇ ਕਿ ਜਦੋਂ ਕਿਸੇ ਫਿਲਮ ਦਾ ਜਿਹੜਾ ਫਾਈਨਾਂਸ ਜਾਂ ਉਹਦੇ ਜਿਹੜਾ ਪੈਸਾ ਉਹ ਘੱਟ ਹੋਵੇ ਤਾਂ ਕ੍ਰੀਏਟਿਵਿਟੀ ਵੱਧ ਜਾਂਦੀ ਹੈ ਕਿ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਕਰੋਗੇ। ਔਰ ਉਹ ਜਿਹੜੀ ਕੁਛ ਮੇਰਾ ਸ਼ੁਰੂ ਤੋਂ ਇਸ ਤਰ੍ਹਾਂ ਰਿਹਾ ਕਿ ਲੋੜਾਂ ਥੋੜਾਂ ਦੇ ਵਿੱਚ ਹੀ ਜ਼ਿੰਦਗੀ ਬੀਤੀ। ਜ਼ਿਆਦਾ ਸਮਾਂ ਦੂਰਦਰਸ਼ਨ 'ਚ ਬੀਤਿਆ, ਉੱਥੇ ਵੀ ਫੈਸਿਲਿਟੀਜ਼ ਜਿਹੜੀਆਂ ਉਹ ਨਹੀਂ ਸੀ ਹੁੰਦੀਆਂ। ਤੇ ਕਿਸ ਤਰੀਕੇ ਦੇ ਨਾਲ ਘੱਟ ਤੋਂ ਘੱਟ ਸਮੇਂ ਦੇ ਤੁਸੀਂ ਆਪਣੀ ਗੱਲ ਕਹਿਣ ਦੇ ਲਈ, ਉਹ ਫਿਰ ਜਿਹੜਾ ਤੁਹਾਡਾ ਸੁਭਾਅ ਵੀ ਬਣ ਜਾਂਦਾ ਤੇ ਇੱਕ ਸਟਾਈਲ ਵੀ ਬਣ ਜਾਂਦਾ, ਤੇ ਉਹ ਮੈਨੂੰ ਚੰਗਾ ਲੱਗਦਾ ਕਿ ਸਹਿਜ ਗੱਲ ਕਹੀ ਜਾਵੇ ਤੇ ਤੜਕ ਭੜਕ ਜਿਹੜਾ ਤਾਮ ਝਾਮ ਜਿਹੜਾ ਉਹ ਡੋਮੀਨੇਟ ਨਾ ਕਰੇ। ਮੈਂ ਸਮਝਦਾ ਕਿ ਉਹ ਜਿਹੜੀ ਤੁਹਾਡੀ ਟੈਲੀਫਿਲਮ ਸੀ ਬਾਬਾ ਨਾਨਕ ਵਾਲੀ, ਉਹਦੀ ਪ੍ਰਾਪਤੀ ਇਹੀ ਸੀਗੀ ਕਿ ਉਹਦੀ ਜਿਹੜੀ ਸਹਿਜਤਾ ਸੀਗੀ ਉਹਦੇ 'ਚ ਜਿਹੜੀ ਸਾਦਗੀ ਸੀਗੀ ਉਹ ਬਹੁਤ ਖੂਬਸੂਰਤ ਸੀ ਉਹਦੀ, ਔਰ ਉਹਦੀ ਪ੍ਰਾਪਤੀ ਬਣ ਜਾਂਦੀ ਹੈ ਉਹਦੀ ਸਾਰੀ। ਜੀ ਆ ਰਹੀ ਆਵਾਜ਼ ਹੁਣ ਭਾਜੀ? ਹਾਂਜੀ, ਹੁਣ ਆ ਰਹੀ। ਤੇ ਮੈਂ ਬਸ ਉਹਦੀ ਟੈਲੀਫਿਲਮ ਦੀ ਗੱਲ ਹੀ ਕਰ ਰਿਹਾ ਸੀ, ਬਾਬਾ ਨਾਨਕ ਵਾਲੀ, ਕਿ ਉਹਦੀ ਜਿਹੜੀ ਸਾਦਗੀ ਹੈ ਉਹੀ ਉਹਦੀ ਪ੍ਰਾਪਤੀ ਹੈ ਉਸ ਫਿਲਮ ਦੇ ਅੰਦਰ ਜਿਹੜੀ ਹੈ, ਕਿ ਉਹਦਾ ਸੰਦੇਸ਼ ਵੀ ਉਹਦੇ ਵਿੱਚ, ਕਿ ਜਿਹੜੀ ਸਾਦਗੀ ਦੀ ਗੱਲ ਬਾਬਾ ਨਾਨਕ ਵੀ ਕਰਦੇ ਆ, ਉਹਨਾਂ ਦੇ ਸਾਰੇ ਕਿਰਤ ਦੀ ਗੱਲ ਸਾਰੀ ਜਿਹੜੀ ਹੈ
ਉਹ ਸਾਰਾ ਕੁਝ ਉਹਦੇ ਵਿੱਚ ਬੜੇ ਸਾਦਗੀ ਦੇ ਨਾਲ ਤੁਸੀਂ ਡਿਪਿਕਟ ਕਰ ਦਿੱਤਾ ਉਹਦੇ ਵਿੱਚ, ਕਿ ਇੱਕ ਟੋਲੀ ਜਾ ਰਹੀ ਹੈ, ਗਾ ਰਹੀ ਹੈ, ਇੱਕ ਸਫ਼ਰ ਹੈ, ਉਹਦੇ ਵਿੱਚ ਜਰਨੀ ਹੈ ਤੁਸੀਂ ਕ੍ਰੀਏਟ ਕੀਤੀ ਹੋਈ ਹੈ ਨਾ, ਸਾਰੀ ਜਿਹੜੀ ਉਹ ਡੇਰਾ ਬਾਬਾ ਨਾਨਕ ਵਾਲਾ ਸਾਰਾ ਪਾਥ ਹੈ ਉਹਦੇ ਵਿੱਚ, ਉਹ ਬਹੁਤ ਖੂਬਸੂਰਤ ਹੈ। ਸੋ ਮੈਨੂੰ ਲੱਗਦਾ ਕਿ ਇਦਾਂ ਦੇ ਕੰਮਾਂ ਦੀ ਜਿਹੜੀ ਹੈ ਕਿ ਬਹੁਤ ਲੋੜ ਹੈ ਸਾਡੇ ਅੱਜ ਦੇ ਸਮਿਆਂ ਦੇ ਵਿੱਚ। ਤੇ ਹੁਣ ਭਾਜੀ ਮੈਂ ਚਾਹਾਂਗਾ ਕਿ ਹੁਣ, ਕਿਉਂਕਿ ਲਾਸਟ ਵਿੱਚ ਮੈਂ ਤੁਹਾਡੇ ਕੋਲੋਂ ਹੁਣ ਇਹ ਕੁਝ, ਕਿ ਤੁਸੀਂ ਜਿਹੜੇ ਅਗਲੇ ਕੁਝ ਕੰਮ ਕਰ ਰਹੇ ਹੋ, ਉਹ ਕਿੱਦਾਂ ਦੀਆਂ ਹੋਰ ਕੋਈ ਤੁਹਾਡੇ ਸੁਪਨਿਆਂ ਨਾਲ ਜੁੜੀ ਹੋਈ ਕੋਈ ਗੱਲ ਜਿਹੜੀ ਹੈ, ਉਹ ਮੈਂ ਸੁਣਨੀ ਚਾਹੁੰਦਾ ਅਖੀਰ ਦੇ ਵਿੱਚ, ਜਿਹੜੀ ਕਿ ਜਿਹੜੀ ਜਿਗਿਆਸਾ ਵੀ ਹੈ ਤੇ ਸੁਪਨੇ ਵੀ ਹੈ। ਹਾਂ ਮੈਂ ਚਾਹੁੰਦਾ ਕਿ ਜ਼ਿਆਦਾ ਲੋਕ ਜਿਹੜੇ ਆ ਉਹ ਜੁੜਨ, ਜਿਹੜਾ ਪੰਜਾਬ ਦਾ ਜਿਹੜਾ ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਜਿਹੜਾ, ਸਾਡਾ ਪੰਜਾਬ ਦਾ ਇਤਿਹਾਸ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਲੋਕਾਂ ਤੱਕ ਨਹੀਂ ਪਹੁੰਚਿਆ। ਬਹੁਤ ਸਹੀ। ਔਰ ਬਹੁਤ ਕੁਝ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਕਿ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ ਉਹ ਸੱਚਾਈ ਨਹੀਂ ਹੈ, ਜੋ ਸਾਨੂੰ ਦੱਸਿਆ ਗਿਆ ਉਹ ਵੀ ਸੱਚਾਈ ਨਹੀਂ ਹੈ। ਸੱਚ ਕੀ ਹੈ, ਪੰਜਾਬ ਨੇ ਕਿਹੜੇ ਦੌਰ ਚੋਂ ਲੰਘਿਆ, ਕਿਸ ਤਰ੍ਹਾਂ ਲੰਘਿਆ, ਕਿਉਂ ਲੰਘਿਆ। ਅਸੀਂ 1947 ਦੀ ਗੱਲ ਅੱਜ ਵੀ ਕਰਦੇ ਹਾਂ, ਅਸੀਂ ਮਾਰਕਾਟ ਦੀ ਗੱਲ ਕਰਦੇ ਹਾਂ, ਅਸੀਂ ਜੋ ਤਸ਼ੱਦਦ ਹੋਇਆ, ਜੋ ਔਰਤਾਂ ਨਾਲ ਹੋਇਆ, ਜੋ ਬੱਚਿਆਂ ਨਾਲ ਹੋਇਆ, ਜੋ ਬਜ਼ੁਰਗਾਂ ਨਾਲ ਹੋਇਆ, ਜੋ ਜਾਇਦਾਦਾਂ ਦੇ ਨਾਲ ਹੋਇਆ, ਉਹਦੀ ਗੱਲ ਕਰਦੇ ਹਾਂ। ਪਰ ਅਸੀਂ ਕਦੇ ਇਹ ਗੱਲ ਨਹੀਂ ਕਰਦੇ ਕਿ ਹੋਇਆ ਕਿਉਂ। ਹਾਂ, ਜੇ ਅਸੀਂ ਨਹੀਂ ਚਾਹਿਆ, ਉਹਨਾਂ ਨੇ ਨਹੀਂ ਚਾਹਿਆ, ਤੇ ਹੋਇਆ ਕਿਉਂ। ਇਹ ਕਿਉਂ ਦੇ ਉੱਤੇ ਕਿਉਂ ਨਹੀਂ ਫਿਲਮ ਬਣਦੀ, ਕਿਉਂ ਦੇ ਉੱਤੇ ਨਾਟਕ ਕਿਉਂ ਨਹੀਂ ਕਰਦੇ। ਅਸੀਂ ਸਿਰਫ ਵਹਿੰਦੇ ਹੋਏ ਲਹੂ ਨੂੰ ਦਿਖਾ ਰਹੇ ਹਾਂ, ਅਸੀਂ ਉਸ ਹਥਿਆਰ ਨੂੰ ਨਹੀਂ ਦਿਖਾ ਰਹੇ ਜਿਹਨੇ ਉਹ ਜ਼ਖਮ ਬਣਾਏ ਆ। ਔਰ ਇਸੇ ਤਰ੍ਹਾਂ ਜਿਹੜਾ ਪੰਜਾਬੀ ਦਾ ਇੱਕ ਨਾਵਲ ਹੈ ਜੰਗੀ ਕੈਦੀ, ਗਿਆਨੀ ਕੇਸਰ ਸਿੰਘ ਹੋਰਾਂ ਹੈਗਾ, ਜਿਹੜਾ ਉਹਨਾਂ ਨੇ ਸੈਕੰਡ ਵਰਲਡ ਵਾਰ ਦੀ ਬੈਕਗਰਾਉਂਡ ਦੇ ਵਿੱਚ ਲਿਖਿਆ। ਜਿਹੜੇ ਪੰਜਾਬੀ ਪ੍ਰਿਜ਼ਨਰ ਆਫ ਵਾਰ ਸੀਗੇ ਮਲਾਇਆ ਦੇ ਵਿੱਚ, ਹਾਂਜੀ, ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਮੇਰਾ ਖਿਆਲ ਵਰਲਡ ਵਾਰ ਦੇ ਉੱਤੇ ਅਨੇਕਾਂ ਹੀ ਮਤਲਬ ਫਿਲਮਾਂ, ਨਾਟਕ, ਕਹਾਣੀਆਂ, ਕੀ ਕੁਝ ਨਹੀਂ ਬਣਿਆ। ਪਰ ਇੱਕ ਪੰਜਾਬੀ ਦੇ ਪੁਆਇੰਟ ਆਫ ਵਿਊ ਤੋਂ ਉਹ ਯੁੱਧ 'ਚ ਕਿਉਂ ਆਏ, ਯੁੱਧ 'ਚ ਕੀ ਹੋਇਆ, ਹੁਣ ਕੀ ਹੋ ਰਿਹਾ, ਉਹ ਕੀ ਸੋਚਦੇ ਆ, ਉਹ ਕੀ ਚਾਹੁੰਦੇ ਆ। ਇੱਕ ਗੱਲ ਇਹ ਸਿਰਫ ਇਸ ਨਾਟਕ, ਇਸ ਨਾਵਲ ਦੇ ਵਿੱਚ ਹੋਈ। ਪਰ ਉਸ ਨਾਵਲ ਨੂੰ ਨਾ ਤਾਂ ਕਿਤੇ ਪੜ੍ਹਾਇਆ ਜਾਂਦਾ ਹੈ, ਹਾਂਜੀ, ਨਾ ਉਸ ਤੇ ਮੈਂ ਚਾਹੁੰਦਾ ਕਿ ਫਿਲਮ ਜੇ ਵੱਡੀ ਗੱਲ ਹੈ ਤੇ ਘੱਟੋ ਘੱਟ ਨਾਟਕ ਉੱਤੇ ਬਣਨਾ ਚਾਹੀਦਾ। ਜੰਗੀ ਕੈਦੀ ਜਿਹੜਾ ਉਹ ਦਰਸ਼ਕਾਂ ਤੱਕ ਜ਼ਰੂਰ ਪਹੁੰਚੇ। ਔਰ ਇਹ ਜਿਹੜੇ ਇਸ ਤਰ੍ਹਾਂ ਦੀਆਂ ਔਰ ਦੂਜਾ ਜਿਹੜਾ ਬੱਚਿਆਂ ਦੇ ਲਈ ਮੇਰਾ ਇਹ ਸੁਪਨਾ ਹੈ ਕਿ ਦੁਨੀਆ ਭਰ ਦੇ ਵਿੱਚ ਪ੍ਰੀ ਸਕੂਲਿੰਗ ਔਰ ਨਰਸਰੀ ਦੇ ਲਈ ਇੰਨਾ ਕੁਝ ਕੰਮ ਹੋ ਰਿਹਾ। ਵੱਡੇ ਤੋਂ ਵੱਡੇ ਰਾਈਟਰ, ਫਿਲਮ ਮੇਕਰ ਜਿਹੜੇ ਨੇ ਉਹ ਬੱਚਿਆਂ ਲਈ ਕ੍ਰੀਏਟ ਕਰ ਰਹੇ ਨੇ। ਸਾਡੇ ਕਿਸੇ ਵੀ ਚੈਨਲ ਦੇ ਉੱਤੇ ਬੱਚਿਆਂ ਦੇ ਲਈ ਕੋਈ ਪ੍ਰੋਗਰਾਮ ਹੀ ਨਹੀਂ ਹੈ। ਔਰ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬ ਨਾਲ, ਪੰਜਾਬੀਅਤ ਨਾਲ, ਪੰਜਾਬੀ ਵਿਰਸੇ ਨਾਲ ਜੁੜਨ, ਤਾਂ ਉਹਨਾਂ ਨੂੰ, ਉਸ ਬੱਚਿਆਂ ਨੂੰ ਸਾਨੂੰ ਕੁਝ ਨਾ ਕੁਝ ਦੇਣਾ ਪਏਗਾ, ਆਪਣਾ ਵਕਤ ਦੇਣਾ ਪਏਗਾ। ਔਰ ਆਪਣਾ ਜਿਹੜਾ ਰੁਝੇਵਾਂ ਔਰ ਸਮਾਂ ਦੇ ਨਾਲ ਤੁਹਾਨੂੰ ਆਪਣੀ ਕ੍ਰੀਏਟਿਵਿਟੀ ਵੀ ਜਿਹੜੀ ਆ ਉਹ, ਮੈਂ ਉਹਨਾਂ ਪੰਜਾਬੀ ਦੇ ਜਿਹੜੇ ਗਾਇਕ ਕਲਾਕਾਰ ਨੇ ਉਹਨਾਂ ਨੂੰ ਬੱਚਿਆਂ ਲਈ ਵੀ ਗਾਉਣਾ ਚਾਹੀਦਾ। ਬਿਲਕੁਲ, ਕਿੰਨੇ ਬੱਚੇ ਜਿਹੜੇ ਨੇ ਉਹਨਾਂ ਦੇ ਗਾਣੇ ਗਾਉਂਦੇ ਨੇ ਜਿਹੜੇ ਉਹਨਾਂ ਦੀ ਉਮਰ ਦੇ ਗਾਣੇ ਨਹੀਂ ਹਨ। ਔਰ ਇੱਕ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਦੇ ਵਿੱਚ ਉਹ ਕਦੇ ਇੱਕ ਬੱਚਿਆਂ ਦਾ ਗੀਤ ਵੀ ਗਾਉਣ, ਕਿਉਂ ਨਹੀਂ ਗਾਉਂਦੇ। ਔਰ ਉਹ ਜੋ ਬੱਚਿਆਂ ਲਈ ਗਾਉਣਗੇ ਉਹ ਕਿਸੇ ਰੈਕਡ ਨਾਲੋਂ ਘੱਟ ਨਹੀਂ ਹੋਏਗਾ। ਉਹ ਜਿਹੜਾ ਬੱਚਿਆਂ ਦੇ ਮਨ ਦੇ ਉੱਤੇ ਜਿਹੜੀ ਚੀਜ਼ ਛਪ ਜਾਏਗੀ, ਉਹਦਾ ਉਹਨਾਂ ਨੂੰ ਹੋ ਸਕਦਾ ਕਿ ਵਪਾਰਕ ਤਾਂ ਨਾ ਮਿਲੇ, ਪਰ ਉਹਦਾ ਜੋ ਇਮੇਜ ਮਿਲੇਗਾ ਉਹ ਬਹੁਤ
कीमती सरमाया, और वो सरमाया ਜਿਹੜਾ ਉਹ ਜ਼ਰੂਰ ਹਾਸਲ ਕਰਨਾ ਚਾਹੀਦਾ। ਬਿਲਕੁਲ, ਔਰ ਮੈਨੂੰ ਲੱਗਦਾ ਕਿ ਵਪਾਰਕ ਪੱਖੋਂ ਵੀ ਉਹ ਕੋਈ ਪਿੱਛੇ ਨਹੀਂ ਰਹੇਗਾ ਗਾਣਾ, ਕਿਉਂਕਿ ਉਹ ਬੱਚਿਆਂ ਨਾਲ ਜੁੜਿਆ ਹੋਇਆ, ਉਹ ਬਹੁਤ ਜਾਏਗਾ ਦੂਰ ਜੀ ਤੱਕ। ਵਪਾਰਕ ਪੱਖੋਂ ਵੀ ਜੀ ਉਹਨਾਂ ਨੂੰ ਘਾਟਾ ਨਹੀਂ ਪੈਣ ਲੱਗਾ। ਵੈਸੇ ਬਿਲਕੁਲ ਇਹ ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ। ਜਿੰਨੇ ਸਾਡੇ ਕੋਲ ਸਿੰਗਰ ਹੈ, ਇੱਕ ਇੱਕ ਗਾਣਾ ਵੀ ਗਾਉਣ ਬੱਚਿਆਂ ਲਈ, ਤੇ ਬਹੁਤ ਵੱਡੀ ਗੱਲ ਹੋਏਗੀ, ਬਹੁਤ ਵੱਡੀ। ਭਾਜੀ ਬਹੁਤ ਮਜ਼ਾ ਆਇਆ, ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ। ਆਪਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਔਰ ਬਹੁਤ ਕੁਝ ਮੈਨੂੰ ਵੀ ਕਈ ਚੀਜ਼ਾਂ ਦਾ ਨਹੀਂ ਸੀ ਪਤਾ ਤੁਹਾਡੇ ਬਾਰੇ, ਤੁਹਾਡੇ ਕੰਮ ਬਾਰੇ। ਮੈਂ ਕਿਉਂਕਿ ਅਸੀਂ ਬਹੁਤ ਮਿਲੇ ਆ, ਅਸੀਂ ਬਹੁਤ ਇੱਕ ਦੂਜੇ ਨੂੰ ਦੇਖਿਆ, ਤੁਹਾਡੇ ਕੰਮ ਨੂੰ ਮੈਂ ਬਹੁਤ ਦੇਖਿਆ, ਪਰ ਹੋਰ ਕਈ ਨਵੀਆਂ ਚੀਜ਼ਾਂ ਦਾ ਪਤਾ ਲੱਗਾ। ਸੋ ਬਹੁਤ ਸ਼ੁਕਰੀਆ ਭਾਜੀ, ਤੇ ਆਪਾਂ ਬਸ ਫੇਰ ਇਸ ਮਾਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਥੈਂਕ ਯੂ। ਥੈਂਕ ਯੂ ਦੋਸਤੋ, ਆਪਾਂ ਕੱਲ ਫੇਰ ਮਿਲਾਂਗੇ 4 ਤੋਂ 5 ਤੇ 5 ਤੋਂ 6, ਫਿਰ 2 ਸ਼ਖਸੀਅਤਾਂ ਕੱਲ ਸਾਡੇ ਨਾਲ ਹੋਣਗੀਆਂ। ਬਹੁਤ ਸ਼ੁਕਰੀਆ ਜੀ।